ਸਾਖਿਆਤ ਪਰਵੇ ਤੁਕ ਚਾਰ, ਚਾਰੂ ਮਹਾਵਾਕ ਨਿਰਧਾਰ। ਪੁਨ ਸ੍ਰੀ ਅਰਜਨ ਤੁਕੈ ਬਨਾਈ, ਮਹਾਵਾਕ ਜਿਸਨ ਕੈ ਲਖਾਈ। ਚੌਪਈ ਸਾਖਿਆਤ ਪਰਵੇ ਤੁਕ ਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ, ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਆਪ ਸਮੂਹ ਸੰਗਤਾਂ ਸੰਧਿਆ ਦੇ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਸਤਿਗੁਰਾਂ ਦੇ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਸੰਗਤ ਰੂਪ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ ਜੋ ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਚੱਲ ਰਹੇ ਲੜੀਵਾਰ ਇਤਿਹਾਸ ਵਿੱਚ ਨਿੱਤਾ ਪ੍ਰਤੀ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਨੂੰ ਆਪਾਂ ਰਲ ਮਿਲ ਕੇ ਸਾਰੇ ਸਰਵਣ ਕਰਦੇ ਹਾਂ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜਿਸ ਸ਼ਿੱਦਤ ਮਿਹਨਤ ਸਿਰੜ ਦੇ ਨਾਲ ਇਤਿਹਾਸ ਦਾ ਇਹ ਅਨਮੋਲ ਖਜ਼ਾਨਾ, ਇਤਿਹਾਸ ਦਾ ਇਹ ਮਹਾਨ ਗ੍ਰੰਥ ਰਚ ਕੇ ਖਾਲਸਾ ਪੰਥ ਦੀ ਭੇਟਾ ਕੀਤਾ ਹੈ। ਸੁੰਦਰ ਛੰਦਾਬੰਦੀ ਦੇ ਵਿੱਚ ਬਹੁਤ ਵੱਡਾ ਖਜ਼ਾਨਾ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਭਾਈ ਸਾਹਿਬ ਜੀ ਨੇ ਲਿਖ ਦਿੱਤਾ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਪਿੱਛੇ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦੇ ਅਨੰਨ ਸਿੱਖ ਬ੍ਰਹਮ ਬੇਤੇ ਮਹਾਂਪੁਰਖ ਪੰਜ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਸਤਿਕਾਰਯੋਗ ਭਾਈ ਦਇਆ ਸਿੰਘ ਜੀ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਗੁਰੂ ਕੀਆਂ ਸੰਗਤਾਂ ਵਿਦਵਾਨ ਸਿੱਖ ਜੋ ਸਵਾਲ ਕਰਦੇ ਹਨ, ਇਹਨਾਂ ਸਵਾਲਾਂ ਦੇ ਜਵਾਬ ਭਾਈ ਦਇਆ ਸਿੰਘ ਜੀ ਦੇਣਗੇ। ਸਤਿਗੁਰੂ ਜੀ ਦੀ ਆਗਿਆ ਪਾ ਕੇ ਭਾਈ ਦਇਆ ਸਿੰਘ ਜੀ ਨੇ ਬਹੁਤ ਹੀ ਵਿਦਵਾਨ ਸਿੱਖਾਂ ਦੇ ਪ੍ਰਸ਼ਨ ਜੋ ਸਨ, ਔਰ ਪ੍ਰਸ਼ਨ ਵੀ ਐਸੇ ਜਿਹੜੇ ਅਤ ਜ਼ਰੂਰੀ ਸਨ, ਜਿਹੜੇ ਸਿੱਧੇ ਬ੍ਰਹਮ ਦੇ ਨਾਲ ਆਤਮਾ ਦੇ ਨਾਲ ਸੰਬੰਧਿਤ ਪ੍ਰਸ਼ਨ ਸਨ। ਪਿਛਲੇ ਅਧਿਆਏ ਦੇ ਵਿੱਚ 15 ਪ੍ਰਸ਼ਨ ਗੁਰੂ ਕੀਆਂ ਸੰਗਤਾਂ ਨੇ ਭਾਈ ਸਾਹਿਬ ਜੀ ਨੂੰ ਕੀਤੇ, ਔਰ ਭਾਈ ਸਾਹਿਬ ਜੀ ਨੇ ਯਥਾਰਥ ਉੱਤਰ ਦੇ ਕੇ ਸਭ ਦੀ ਤਸੱਲੀ ਕਰਵਾਈ, ਸਭ ਦੀ ਭਾਵਨਾਵਾਂ ਨੂੰ ਪੂਰਨ ਕੀਤਾ। ਅਗਿਆਨ ਕੀ ਹੈ, ਗਿਆਨ ਕੀ ਹੈ, ਇਸੇ ਪ੍ਰਕਾਰ ਮੋਕਸ਼ ਇੱਛਾ ਕੀ ਹੈ, ਮੁਕਤੀ ਕੀ ਹੈ, ਸੁਖੋਪਤੀ ਅਵਸਥਾ ਕੀ ਹੈ, ਸੁਪਨ ਅਵਸਥਾ ਕੀ ਹੈ, ਜਾਗਰਤ ਅਵਸਥਾ ਕੀ ਹੈ, ਇਹਨਾਂ ਤਿੰਨਾਂ ਤੋਂ ਪਾਰ ਤੁਰਿਆ ਪਦ ਤੁਰਿਆ ਅਵਸਥਾ ਕੀ ਹੈ, ਸਮਾਧੀ ਕਿੰਨੇ ਪ੍ਰਕਾਰ ਦੀ ਹੈ, ਸਵਕਲਪ ਸਮਾਧੀ ਕੀ ਹੈ, ਨਿਰਵਿਕਲਪ ਸਮਾਧੀ ਕੀ ਹੈ। ਇਸੇ ਪ੍ਰਕਾਰ ਮੂਰਛਾ ਕਿਹਨੂੰ ਕਹਿੰਦੇ ਹੈ, ਇਤਿਆਦਿਕ 15 ਪ੍ਰਸ਼ਨਾਂ ਦੇ ਭਾਈ ਸਾਹਿਬ ਜੀ ਨੇ ਬੜੀ ਦਲੀਲ ਸਹਿਤ ਵੇਦਾਂ ਦੇ ਪ੍ਰਮਾਣਾਂ ਦੇ ਸਹਿਤ, ਗੁਰਬਾਣੀ ਦੇ ਪ੍ਰਮਾਣਾਂ ਦੇ ਸਹਿਤ ਉੱਤਰ ਦਿੱਤੇ।
ਉਸ ਤੋਂ ਅਗਲਾ ਅਧਿਆਇ ਸ਼ੁਰੂ ਹੋਇਆ ਜਿਹਦਾ ਸਿਰਲੇਖ ਹੈ ਆਤਮ ਵਿਚਾਰ ਜਾਰੀ। ਇਹਦੇ ਵਿੱਚ ਵੀ ਆਤਮ ਦੀ ਵਿਚਾਰ ਹੈ। 3 ਪ੍ਰਕਾਰ ਦਾ ਸਾਡਾ ਸਰੀਰ ਹੈ। ਇੱਕ ਬਾਹਰਲਾ ਜੋ ਸਾਡੇ ਅੰਗ ਦਿਖਾਈ ਦਿੰਦੇ ਹੈ, ਇਹ ਸਥੂਲ ਸਰੀਰ ਹੈ। ਸਥੂਲ ਸਰੀਰ ਦੇ ਵਿੱਚ ਇੱਕ ਹੋਰ ਸਰੀਰ ਵਸਦਾ ਹੈ ਜੋ 5 ਪ੍ਰਾਣ ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਸੋ ਮਨ ਬੁੱਧ ਇਤਿਆਦਿਕ 17 ਤੱਤਾਂ ਤੋਂ ਜਿਸ ਦੀ ਉਤਪਤੀ ਹੁੰਦੀ ਹੈ, ਜਿਸ ਦਾ ਸੰਗਠਨ ਵੱਜਦਾ ਹੈ, ਉਸ ਨੂੰ ਲਿੰਗ ਸਰੀਰ ਜਾਂ ਸੂਖਮ ਸਰੀਰ ਕਹਿੰਦੇ ਹਨ। ਇਸੇ ਸਰੀਰ ਦੇ ਵਿੱਚ ਇੱਕ ਹੋਰ ਕਾਰਨ ਸਰੀਰ ਹੈ। ਸੋ ਇਹਨਾਂ 3 ਸਰੀਰਾਂ ਤੋਂ ਪਾਰ ਲੰਘ ਕੇ ਜੋ ਬ੍ਰਹਮ ਦਾ ਆਭਾਸ ਦੇ ਸਹਿਤ, ਬ੍ਰਹਮ ਦੇ ਪ੍ਰਤੀਬਿੰਬ ਦੇ ਸਹਿਤ ਸ਼ੁੱਧ ਆਤਮਾ ਸਾਡੇ ਅੰਦਰ ਵਸਦਾ ਹੈ, ਜਿਹਨੂੰ ਆਪਾਂ ਜੀਵ ਆਤਮਾ ਕਹਿੰਦੇ ਹਾਂ, ਜਿਹਦੀ ਸੱਤਾ ਸਫੁਰਤੀ ਦੇ ਨਾਲ ਆਪਾਂ ਦੇਖਦੇ ਹਾਂ, ਚੱਲਦੇ ਹਾਂ, ਬੋਲਦੇ ਹਾਂ, ਸੁਣਦੇ ਹਾਂ, ਸੰਸਾਰ ਵਿੱਚ ਜੀਵਤ ਰਹਿੰਦੇ ਹਾਂ। ਕਿਉਂਕਿ ਜਦੋਂ ਜੀਵ ਆਤਮਾ ਨਿਕਲ ਜਾਂਦਾ ਹੈ, ਸਰੀਰ ਤਾਂ ਇਹੀ ਹੁੰਦਾ ਹੈ, ਚੱਲ ਨਹੀਂ ਸਕਦਾ, ਅੱਖਾਂ ਇਹੀ ਹੁੰਦੀਆਂ, ਦੇਖ ਨਹੀਂ ਸਕਦੀਆਂ, ਕੰਨ ਇਹੀ ਹੁੰਦੇ ਹੈ, ਆਸੇ ਪਾਸੇ ਇੰਨਾ ਰੌਲਾ ਰੱਪਾ ਹੁੰਦਾ, ਰੋਣ ਕਰਲਾਉਣ ਦੀ ਆਵਾਜ਼ ਹੁੰਦੀ ਹੈ, ਪਰ ਕੀ ਸਾਨੂੰ ਸੁਣਦਾ? ਜਿਹੜਾ ਮਨੁੱਖ ਚੜ੍ਹਾਈ ਕਰ ਜਾਵੇ ਉਹਨੂੰ ਸੁਣਦਾ? ਕਿਉਂ ਨਹੀਂ ਸੁਣਦਾ? ਕਿਉਂਕਿ ਉਹਦੇ ਵਿੱਚ ਜੋ ਜੀਵ ਆਤਮਾ ਹੈ ਉਹ ਨਿਕਲ ਕੇ ਚਲਿਆ ਗਿਆ। ਸੋ ਇਹ ਸਭ ਕਾਸੇ ਦੇ ਗਿਆਨ ਨੂੰ ਅਧਿਆਤਮ ਕਹਿੰਦੇ ਹਨ। ਅਧਿਆਤਮ ਦੀ ਸੋਝੀ ਭਾਈ ਦਇਆ ਸਿੰਘ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ ਬਖਸ਼ਿਸ਼ ਕੀਤੀ। ਔਰ ਇਸੇ ਪ੍ਰਕਾਰ ਇਸ ਅਧਿਆਇ ਦੇ ਵਿੱਚ ਦੱਸਿਆ ਵੇਦਾਂਤ ਦੇ ਮੁਤਾਬਕ ਕਰਤਾ ਕਿਹਨੂੰ ਕਿਹਾ ਜਾਂਦਾ ਹੈ। ਜੋ ਸਾਡੇ ਅੰਦਰ ਦਾ ਜੀਵ ਆਤਮਾ ਹੈ, ਉਸ ਦੀ ਪ੍ਰੇਰਨਾ ਸਦਕਾ ਜੋ ਸਾਡੇ ਇੰਦਰੇ ਕਾਰਜ ਕਰਦੇ ਹਨ, ਸੋ ਉਹਨਾਂ ਕਾਰਜਾਂ ਨੂੰ ਕਰਾਉਣ ਦੀ ਪ੍ਰੇਰਨਾ ਕਰਨ ਵਾਲਾ ਜਿਹੜਾ ਅੰਦਰ ਬੈਠਾ ਉਹ ਕਰਤਾ ਹੈ। ਅਤੇ ਜਿਹੜੇ ਇੰਦਰੇ ਕਰਮ ਕਰਦੇ ਹੈ, ਇਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ। ਜਦੋਂ ਅੰਦਰਲਾ ਜੀਵ ਆਤਮਾ ਪ੍ਰੇਰਨਾ ਕਰਦਾ ਹੈ, ਮਨ ਸਾਡਾ ਪ੍ਰੇਰਨਾ ਕਰਦਾ ਹੈ, ਕਿਉਂਕਿ ਮਨ ਦੇ ਹੀ ਵਿਸ਼ੇ ਹੈ ਨਾ ਸਭ ਕੁਝ, ਰੂਪ ਨੂੰ ਦੇਖਣਾ, ਚੰਗਾ ਮਾੜਾ ਸੁਣਨਾ, ਸੁੰਘਣਾ। ਸੋ ਇਸ ਸਭ ਕਾਸੇ ਦੀ ਪ੍ਰੇਰਨਾ ਸਾਨੂੰ ਅੰਦਰੋਂ ਹੁੰਦੀ ਹੈ, ਤਾਂ ਸਾਡੇ ਜਿਹੜੇ ਹੱਥ ਪੈਰ ਚੱਲਦੇ ਹੈ, ਇਹ ਕੰਮ ਕਰਦੇ ਹੈ, ਇਹਨੂੰ ਕਿਰਿਆ ਕਿਹਾ ਜਾਂਦਾ ਹੈ। ਸੋ ਇਹ ਜਿਹੜੀ ਬਿਰਤੀ ਹੈ ਅੰਦਰੋਂ, ਇਹਨੂੰ ਕਿਰਿਆ ਕਿਹਾ ਜਾਂਦਾ। ਅਤੇ ਫਿਰ ਕਰਮ ਜੋ ਸ਼ਬਦ, ਸਪਰਸ਼, ਰੂਪ, ਰਸ, ਗੰਧ ਇਤਿਆਦਿਕ ਦੇ ਜਿਹੜੇ ਵਿਸ਼ੇ ਹੈ, ਸੋ ਅੱਖਾਂ ਰੂਪ ਨੂੰ ਦੇਖਦੀਆਂ, ਕੰਨ ਆਵਾਜ਼ ਨੂੰ ਸੁਣਦੇ ਹੈ। ਸੋ ਇਹਨਾਂ ਦੇ ਸੰਗ, ਇਹਨਾਂ ਦੇ ਨਾਲ ਮਿਲ ਕੇ ਜਿਹੜੀ ਮਨ ਦੀ ਬਿਰਤੀ ਵਿਆਪਦੀ ਹੈ, ਕਾਰਜ ਕਰਦੀ ਹੈ, ਇਸ ਨੂੰ ਕੀਤੀ ਗਈ ਕਿਰਿਆ ਨੂੰ ਕਰਮ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਗਿਆਤਾ, ਗਿਆਨ ਗੇ, ਇਹ ਤ੍ਰਿਪਟੀ ਬਾਰੇ ਦੱਸਿਆ। ਗਿਆਤਾ ਗਿਆਨ ਪ੍ਰਾਪਤ ਕਰਨ ਵਾਲਾ, ਗਿਆਨ ਜੋ ਉਹ ਪ੍ਰਾਪਤ ਕਰ ਰਿਹਾ, ਅੰਤਸ਼ਕਰਨ ਦੀ ਬਿਰਤੀ। ਜੀਵ ਆਤਮਾ ਗਿਆਤਾ ਹੈ, ਅੰਤਸ਼ਕਰਨ ਦੀ ਬਿਰਤੀ ਜਿਹੜੀ ਹੈ ਇਹ ਗਿਆਨ ਹੈ। ਅਤੇ ਜੋ ਪਾਰ ਬ੍ਰਹਮ ਪਰਮੇਸ਼ਰ ਹੈ, ਇੱਕ ਨਿਰੋਲ ਬ੍ਰਹਮ ਹੈ, ਉਹ ਗੇ ਹੈ। ਗਿਆਤਾ ਗਿਆਨ ਗੇ, ਧਿਆਤਾ ਧਿਆਨ, ਤੇ ਪਰਮਾਤਾ ਪ੍ਰਮਾਣ ਪਰੇ। ਇਹਨੂੰ ਤ੍ਰਿਪੁਟੀ ਕਹਿੰਦੇ ਆ, 3 ਦਾ ਸਮੁਦਾਇ, 3 ਦਾ ਸਮੂਹ। ਸੋ ਇਸੇ ਪ੍ਰਕਾਰ ਪਰਮਾ ਗਿਆਨ ਕੀ ਹੈ, ਅਪਰਮਾ ਗਿਆਨ, ਪ੍ਰੋਕਸ਼ ਅਤੇ ਅਪਰੋਕਸ਼ ਗਿਆਨ, ਇਹਦੇ ਬਾਰੇ ਵੀ ਦੱਸਿਆ। ਇੱਕ ਤਾਂ ਗਿਆਨ ਹੈ ਕਿ ਆਪਾਂ ਸੁਣ ਲਿਆ ਵੀ ਇੱਕ ਓਅੰਕਾਰ, ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਰ ਹੈ। ਸਤਨਾਮ, ਉਹਦਾ ਨਾਮ ਸਤ ਹੈ, ਉਹ ਕਰਤਾ ਹੈ। ਸੋ ਉਹ ਪੁਰਖ ਸਭ ਦੇ ਵਿੱਚ ਵਿਆਪਕ ਹੈ, ਉਹ ਨਿਰਭਉ ਹੈ, ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਇਹ ਸਭ ਕੁਝ ਆਪਾਂ ਸੁਣ ਲਿਆ। ਇੱਕ ਤਾਂ ਇਹ ਗਿਆਨ ਹੈ। ਇੱਕ ਉਸੇ ਗਿਆਨ ਨੂੰ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਜਾਣਨਾ, ਪਰਮੇਸ਼ਰ ਦੇ ਬਾਰੇ ਜਾਣ ਲੈਣਾ ਵੀ ਸੱਚਮੁੱਚ ਉਹ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਅਸੀਂ ਧਰਮ ਗ੍ਰੰਥਾਂ ਵਿੱਚ, ਵੇਦਾਂ ਸ਼ਾਸਤਰਾਂ ਵਿੱਚ, ਗੁਰਬਾਣੀ ਵਿੱਚ ਪੜ੍ਹਿਆ ਹੈ। ਸੋ ਇਹ ਪਰਮਾ ਗਿਆਨ ਅਤੇ ਅਪਰਮਾ ਗਿਆਨ, ਪਰੋਸ਼ ਗਿਆਨ ਅਤੇ ਅਪਰੋਸ਼ ਗਿਆਨ ਹਨ। ਫਿਰ ਅੱਗੇ ਇਸ ਗਿਆਨ ਨੂੰ ਬ੍ਰਹਮ ਦਾ ਬੋਧ ਕਰਾਉਣ ਦੇ ਲਈ ਸક્ષਮ ਹੈ, ਜੋ ਸਮਰੱਥ ਹੈ। ਉਹ ਸਤਿਗੁਰੂ ਕੈਸਾ ਹੋਵੇ, ਗੁਰੂ ਕੈਸਾ ਹੋਵੇ, ਉਹ ਵੀ ਦੱਸਿਆ।
ਤੇ ਇਸੇ ਪ੍ਰਕਾਰ ਉਹ ਗਿਆਨ ਨੂੰ ਪ੍ਰਾਪਤ ਕਰਨ ਦੇ ਲਈ ਜੋ 4 ਅਨੁਬੰਧ ਹੈ, ਅਧਿਕਾਰੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਜੀਵ ਆਤਮਾ ਦੀ ਪਰਮਾਤਮਾ ਦੇ ਵਿੱਚ ਏਕਤਾ ਜਾਣਨ ਵਾਲਾ ਹੋਵੇ। ਸੋ ਇਸੇ ਬ੍ਰਹਮ ਦਾ ਜਿਹੜਾ ਹੈ ਬੋਧ, ਤੇ ਇਹਦੇ ਵਾਸਤੇ ਬੋਧਕ ਵੇਦਾਂਤ ਗਿਆਨ ਚਾਹੀਦਾ ਹੈ। ਸੋ ਇਹਨਾਂ ਦਾ ਆਪਸੀ ਸੰਬੰਧ ਹੈ, ਦੁੱਖ ਦੀ ਨਿਵਰਤੀ ਕਰਨੀ, ਪਰਮ ਆਨੰਦ ਦੀ ਪ੍ਰਾਪਤੀ ਕਰਨੀ, ਇਸ ਤਰ੍ਹਾਂ ਦਾ ਪ੍ਰਯੋਜਨ ਹੋਵੇ। ਇਹ 4 ਅਨੁਬੰਧ ਦੱਸੇ। ਸੋ ਅੱਗੇ ਭਾਈ ਸਾਹਿਬ ਜਿਵੇਂ ਹੋਰ ਕਿਰਪਾ ਕਰ ਰਹੇ ਹੈ, ਉਹਨਾਂ ਨੇ ਦੱਸਿਆ ਕਿ ਵੇਦਾਂ ਦੇ 4 ਮਹਾਵਾਕ ਹਨ। 4 ਵੇਦ ਹਨ। ਰਿਗਵੇਦ ਹੈ, ਯਜੁਰਵੇਦ ਹੈ, ਅਥਰਵਣ ਵੇਦ ਹੈ ਤਥਾ ਸਾਮਵੇਦ ਹੈ। 4ਾਂ ਦੇ ਵਿੱਚ ਇੱਕ ਪ੍ਰਮੁੱਖ ਵਾਕ ਹੈ ਜਿਹਨੂੰ ਮਹਾਵਾਕ ਕਿਹਾ ਜਾਂਦਾ ਹੈ। ਮਹਾਵਾਕ ਦੀ ਡੈਫੀਨੇਸ਼ਨ ਵੀ ਦੱਸੀ ਕਿ ਜੋ ਬ੍ਰਹਮ ਦਾ ਬੋਧ ਕਰਾਏ, ਜੋ ਇੱਕ ਪਰਮਾਤਮਾ ਦੀ ਗੱਲ ਦੱਸੇ, ਉਹਨੂੰ ਮਹਾਵਾਕ ਕਿਹਾ ਜਾਂਦਾ। ਨਹੀਂ, ਵਾਕ ਤਾਂ ਦੁਨੀਆ ਦੇ ਲੋਕ ਆਪਾਂ ਬਹੁਤ ਲਿਖਦੇ, ਪੜ੍ਹਦੇ, ਸੁਣਦੇ, ਬੋਲਦੇ ਹੈ, ਇਹਨਾਂ ਨੂੰ ਮਹਾਵਾਕ ਨਹੀਂ ਕਿਹਾ ਜਾਂਦਾ। ਜੋ ਬ੍ਰਹਮ ਦਾ ਬੋਧ ਕਰਾਉਣ ਵਾਲੇ ਹੋਣ ਉਹ ਮਹਾਵਾਕ ਹਨ। 4 ਵੇਦਾਂ ਦੇ ਮਹਾਵਾਕ ਫਿਰ ਭਾਈ ਸਾਹਿਬ ਜੀ ਨੇ ਦੱਸੇ ਕਿ ਪ੍ਰਗਿਆਨਾਮਾਨੰਦ ਬ੍ਰਹਮ, ਇਹ ਰਿਗਵੇਦ ਦਾ ਵਾਕ ਹੈ। ਅਹੰ ਬ੍ਰਹਮਾਸਮੀ ਯਜੁਰਵੇਦ ਦਾ ਵਾਕ ਹੈ, ਮਹਾਵਾਕ ਹੈ। ਇਸੇ ਪ੍ਰਕਾਰ ਸਾਮਵੇਦ ਦਾ ਤਤਵਮਸੀ ਇਹ ਮਹਾਵਾਕ ਹੈ। ਅਤੇ ਅਯੰ ਆਤਮਾ ਬ੍ਰਹਮ ਇਹ ਅਥਰਵਣ ਵੇਦ ਦਾ ਮਹਾਵਾਕ ਹੈ। ਇਹਨਾਂ 4ਾਂ ਦਾ ਭਾਵ ਇੱਕੋ ਹੀ ਹੈ ਕਿ ਜੀਵ ਹੀ ਬ੍ਰਹਮ ਹੈ, ਜੀਵ ਆਤਮਾ ਹੀ ਪਰਮਾਤਮਾ ਹੈ, ਪਰਮਾਤਮਾ ਦੀ ਅੰਸ਼ ਹੈ, ਜਿਸ ਨੂੰ ਭਗਤ ਬਾਬਾ ਕਬੀਰ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਹਨ, ਕਹੋ ਕਬੀਰ ਇਹੋ ਰਾਮ ਕੀ ਅੰਸ਼। ਅਸੀਂ ਰਾਮ ਦੀ ਅੰਸ਼ ਹਾਂ, ਰਮੇ ਹੋਏ ਵਾਹਿਗੁਰੂ ਦੀ ਅੰਸ਼ ਹਾਂ, ਇੱਕ ਪਰਮਾਤਮਾ ਦੀ ਅੰਸ਼ ਹਾਂ। ਪਰਮਾਤਮਾ ਵਿੱਚੋਂ ਇਹ ਜੀਵ ਆਤਮਾ ਵੱਖਰਾ ਹੋਇਆ ਹੈ। ਔਰ ਨਾਲ ਭਾਈ ਦਇਆ ਸਿੰਘ ਜੀ ਅਥਵਾ ਭਾਈ ਸੰਤੋਖ ਸਿੰਘ ਜੀ ਨੇ ਭਾਈ ਦਇਆ ਸਿੰਘ ਜੀ ਦੇ ਬਚਨਾਂ ਨੂੰ ਲਿਖ ਕੇ ਦਰਸਾਇਆ ਕਿ ਇਹ 4 ਜੋ ਬ੍ਰਹਮ ਵਾਕ ਹਨ, ਇਹਨਾਂ ਦਾ ਜਪਜੀ ਸਾਹਿਬ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਲੇਖ ਕੀਤਾ ਹੈ। ਜੋ ਤੂੰ ਸਦਾ ਸਲਾਮਤ ਨਿਰੰਕਾਰ ਦੀ ਪੰਕਤੀ ਹੈ, 4 ਵਾਰ ਜਪਜੀ ਸਾਹਿਬ ਵਿੱਚ ਆਉਂਦੀ ਹੈ। ਔਰ ਇਹ 4 ਵੇਦਾਂ ਦੇ ਮਹਾਵਾਕਾਂ ਦਾ ਅਰਥ ਹੈ ਉਹਦੇ ਵਿੱਚ। ਸੋ ਵੇਦਾਂਤ ਵਾਲੇ ਅਰਥ ਕਰਦੇ ਹਨ, ਆਪਾਂ ਭਾਵੇਂ ਸਿੱਧਾ ਸਾਦਾ ਅਰਥ ਕਰ ਲੈਂਦੇ ਹਾਂ, ਤੂੰ ਸਦਾ ਸਲਾਮਤ ਨਿਰੰਕਾਰ ਕੇ ਹੇ ਪਰਮਾਤਮਾ ਤੂੰ ਸਦਾ ਸਥਿਤ ਰਹਿਣ ਵਾਲਾ ਹੈ ਅਤੇ ਆਕਾਰ ਤੋਂ ਰਹਿਤ ਹੈ। ਪਰ ਵੇਦਾਂਤੀ ਜਿਹੜਾ ਇਹਦਾ ਅਰਥ ਕਰਦੇ ਆ, ਤੂੰ ਤੋਂ ਭਾਵ ਜੀਵ, ਸਦਾ ਸਲਾਮਤ ਈਸ਼ਰ ਅਤੇ ਨਿਰੰਕਾਰ ਜੋ ਬ੍ਰਹਮ ਹੈ। ਸੋ ਤਿੰਨਾਂ ਦੀ ਏਕਤਾ ਦੇ ਰੂਪ ਦੇ ਵਿੱਚ ਇਹਦਾ ਅਰਥ ਕਰਦੇ ਹਨ। ਇਹ 4 ਪੰਕਤੀਆਂ ਇਹਨਾਂ ਦੇ ਅਰਥਾਂ ਦੇ ਸਮੇਤ ਕੱਲ੍ਹ ਆਪਾਂ ਸ਼ਰਵਣ ਕੀਤਾ। ਇਸ ਤੋਂ ਪਹਿਲਾਂ ਸ਼ਰਵਣ ਦੀਆਂ 4 ਪੌੜੀਆਂ, ਮੰਨਣ ਦੀਆਂ 4 ਪੌੜੀਆਂ ਜੋ ਜਪਜੀ ਸਾਹਿਬ ਵਿੱਚ ਆਉਂਦੀਆਂ ਸੁਣਿਆ ਸਿੱਧ ਪੀਰ ਸੁਰਨਾਥ, ਇਸ ਤੋਂ ਸ਼ੁਰੂ ਹੋ ਕੇ ਸੋ ਮੰਨੈ ਪਾਵੈ ਮੋਖ ਦੁਆਰ ਤੱਕ ਜਿਹੜੀਆਂ ਇਹ 4 ਪੌੜੀਆਂ ਸੁਣਨ ਦੀਆਂ ਅਤੇ ਮੰਨਣ ਦਾ ਮਹਾਤਮ ਦੱਸਿਆ ਹੈ। ਇਸੇ ਪ੍ਰਕਾਰ ਨਿੱਧ ਆਸਣ ਦੀ ਪੌੜੀ, 5 ਪ੍ਰਵਾਨ 5 ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਨਿੱਧ ਆਸਣ ਦਾ ਅਰਥ ਕੱਲ੍ਹ ਵੀ ਦੱਸਿਆ ਸੀ, ਮੈਂ ਦੁਬਾਰਾ ਰਿਪੀਟ ਕਰ ਦੇਵਾਂ। ਨਿੱਧ ਆਸਣ ਜਿਹੜਾ 2 ਸ਼ਬਦਾਂ ਦਾ ਸੁਮੇਲ ਹੈ, ਨਿੱਧ ਤੇ ਆਸਣ। ਨਿੱਧ ਕਹੀਏ ਨਿਤਾ ਪ੍ਰਤੀ, ਧਿਆਸਣ ਕਹੀਏ ਧਿਆਉਣੇ ਯੋਗ। ਸਾਡੀ ਮਨ ਬਿਰਤੀ ਬਾਰ-ਬਾਰ ਜਿਸ ਨੂੰ ਧਿਆਵੇ ਉਸ ਅਵਸਥਾ ਨੂੰ ਨਿਧਿਆਸਣ ਕਿਹਾ ਜਾਂਦਾ ਹੈ। ਵਾਰ-ਵਾਰ ਵਾਹਿਗੁਰੂ ਦਾ ਜਾਪ ਕਰੀਏ। ਪਹਿਲਾਂ ਆਪਾਂ ਸੁਣਿਆ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਇਹ ਸੁਣ ਲਿਆ। ਸੁਣ ਕੇ ਫਿਰ ਅਸੀਂ ਮੰਨ ਲਿਆ ਵੀ ਵਾਕਈ ਇਹ ਗੱਲ ਸੱਚ ਹੈ, ਨਿਸ਼ਚਾ ਆ ਗਿਆ, ਸ਼ਰਧਾ ਆ ਗਈ। ਸ਼ਰਧਾ ਆ ਗਈ, ਅਸੀਂ ਹਿਰਦੇ ਵਿੱਚ ਮੰਨ ਲਿਆ। ਫਿਰ ਮੰਨਣ ਤੋਂ ਬਾਅਦ ਜਦੋਂ ਅਸੀਂ ਉਹਨੂੰ ਪ੍ਰੈਕਟੀਕਲੀ ਕਰਦੇ ਹਾਂ, ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਅਪਣਾਉਂਦੇ ਹਾਂ, ਉਹਨੂੰ ਨਿਧਿਆਸਣ ਕਿਹਾ ਜਾਂਦਾ। ਸੁਣ ਲਿਆ ਕਿ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਫਿਰ ਮੰਨ ਵੀ ਲਿਆ ਵੀ ਹਾਂ ਸੱਤ ਹੈ, ਠੀਕ ਹੈ ਵੀ ਵਾਹਿਗੁਰੂ ਮੰਤਰ ਜਪਣ ਦੇ ਨਾਲ ਹਉਮੈ ਹੰਕਾਰ ਦੂਰ ਹੋ ਜਾਂਦਾ ਹੈ। ਫਿਰ ਜਦੋਂ ਅਸੀਂ ਸਵਾਸ ਉਹ ਵਾਹਿਗੁਰੂ ਨਾਮ ਨੂੰ ਧਿਆਉਂਦੇ ਹਾਂ, ਉਹਨੂੰ ਨਿਧਿਆਸਣ ਦੀ ਅਵਸਥਾ ਕਿਹਾ ਜਾਂਦਾ ਹੈ।
ਨਿਧਿਆਸਨ ਤੋਂ ਉਪਰੰਤ ਸਤਿਗੁਰੂ ਜੀ ਨੇ ਫਿਰ ਇਹ ਚਾਰ ਮਹਾਵਾਕ, ਕਿਉਂਕਿ ਜਦੋਂ ਸੁਣ ਲਿਆ, ਮੰਨ ਲਿਆ, ਜੀਵਨ ਵਿੱਚ ਅਪਣਾ ਲਿਆ, ਤੇ ਫਿਰ ਉਹ ਜਦੋਂ ਲਗਾਤਾਰ ਕਰਦੇ ਗਏ, ਅਭਿਆਸ ਕਰਦੇ ਗਏ, ਉਸ ਤੋਂ ਬਾਅਦ ਪਰਮੇਸ਼ਰ ਦੇ ਨਾਲ ਏਕਤਾ ਹੀ ਹੋਵੇਗੀ ਨਾ ਜੀਵ ਦੀ। ਤੇ ਉਹਨੂੰ ਸਤਿਗੁਰਾਂ ਨੇ ਫਿਰ ਇਹ ਵੇਦਾਂ ਦੇ ਜਿਹੜੇ ਚਾਰ ਮਹਾਵਾਕ ਹੈ ਉਹਨਾਂ ਦੇ ਅਰਥਾਂ ਵਿੱਚ ਕਹਿ ਦਿੱਤਾ, ਤੂੰ ਸਦਾ ਸਲਾਮਤ ਨਿਰੰਕਾਰ। ਜੀਵ, ਈਸ਼ਰ ਔਰ ਪਰਮਾਤਮਾ ਬ੍ਰਹਮ ਇਹ ਇੱਕੋ ਰੂਪ ਹਨ। ਅਹੰ ਬ੍ਰਹਮਾਸਮੀ ਇਹ ਇੱਕੋ ਰੂਪ ਹਨ। ਅਯੰ ਆਤਮਾ ਬ੍ਰਹਮ ਇੱਕੋ ਰੂਪ ਹਨ। ਸੋ ਇੱਥੋਂ ਤੱਕ ਆਪਾਂ ਕੱਲ੍ਹ ਸ਼ਰਵਣ ਕਰ ਲਿਆ ਸੀ। ਅੱਗੇ ਭਾਈ ਸਾਹਿਬ ਜੀ ਦੱਸ ਰਹੇ ਹਨ, ਜਿਵੇਂ ਕਿਰਪਾ ਕਰਕੇ ਅੱਗੇ ਹੋਰ ਇਹ ਗਿਆਨ ਦੀਆਂ ਬਾਤਾਂ ਦਾ ਚਾਨਣਾ ਗੁਰੂ ਕੀਆਂ ਸੰਗਤਾਂ ਨੂੰ ਪਾ ਰਹੇ ਹਨ ਭਾਈ ਦਇਆ ਸਿੰਘ ਜੀ। ਆਓ ਪਿਆਰ ਨਾਲ ਸੁਣੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਖਿਆਤ ਪਰੇ ਤੁਪਚਾਰ। ਕਹਿੰਦੇ ਸਾਖਿਆਤ ਦੇ ਉੱਤੇ ਇੱਕ ਤਾਂ ਇਹ ਵਿਚਾਰ ਜਿਹੜੀ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਵਿੱਚ ਦੇ ਦਿੱਤੀ ਹੈ। ਇਹ ਜਿਹੜੇ ਚਾਰ ਮਹਾਵਾਕ ਹਨ, ਚਾਰ ਮਹਾਵਾਕਾਂ ਦੇ ਵਾਂਗ ਹੀ ਇਹਨਾਂ ਚਾਰ ਤੁਕਾਂ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੂੰ ਹਿਰਦੇ ਦੇ ਵਿੱਚ ਭਲੀ ਪ੍ਰਕਾਰ ਕਰਕੇ ਧਾਰਨ ਕਰੋ। ਪੁਨ ਫਿਰ ਕਹਿੰਦੇ ਇਹਨਾਂ ਤੁਕਾਂ ਦੇ ਅਰਥ ਰੂਪ ਦੇ ਵਿੱਚ ਹੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਧੰਨ ਕਹੋ ਗੁਰੂ ਅਰਜਨ ਕਹੋ, ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕੈ, ਗ੍ਰੰਥ ਕੀਓ ਹੈ ਸੁਮੇਰ ਸਮਾਨਾ। ਸਤਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆਂ ਜੋ ਉਹਨਾਂ ਨੇ ਆਦ ਬੀੜ ਰਚੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਜਾਂ ਪੋਥੀ ਰਚੀ, ਪੋਥੀ ਪਰਮੇਸ਼ਰ ਕਾ ਥਾਨ। ਇਸ ਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਤੁਕਾਂ ਬਣਾਈਆਂ। ਤੇ ਜਿਨ੍ਹਾਂ ਤੁਕਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਚਾਰੇ ਵੇਦਾਂ ਦੇ ਮਹਾਵਾਕ ਨੇ ਉਹਨਾਂ ਦੇ ਅਰਥ ਰੂਪ ਦੇ ਵਿੱਚ ਹੀ ਸਾਨੂੰ ਉਹਨਾਂ ਤੁਕਾਂ ਰਾਹੀਂ ਜਣਾਉਣਾ ਕੀਤਾ, ਸਮਝਾਇਆ ਹੈ। ਕੀ ਲਿਖਿਆ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ? ਸਰਗੁਣ ਨਿਰਗੁਣ ਥਾਪੈ ਨਾਉ। ਸਰਗੁਣ ਸਰੂਪ ਪਰਮਾਤਮਾ ਦਾ ਔਰ ਨਿਰਗੁਣ ਸਰੂਪ। ਕਹਿੰਦੇ ਜਿਹੜਾ ਸਰਗੁਣ ਸਰੂਪ ਹੈ ਗੁਣਾਂ ਦੇ ਸਹਿਤ, ਔਰ ਨਿਰਗੁਣ ਸਰੂਪ ਜੋ ਗੁਣਾਂ ਤੋਂ ਅਤੀਤ ਹੈ, ਵੱਖਰਾ ਬ੍ਰਹਮ ਹੈ। ਸੋ ਇਹ ਜਿਹੜੇ ਕਹਿੰਦੇ ਦੋਵੇਂ ਨਾਮ ਹੈ ਇਹ ਸਤਿਗੁਰੂ ਜੀ ਨੇ ਥਾਪੇ ਹਨ। ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੇ ਇਹ ਦੋਵੇਂ ਨਾਂ ਸਥਿਤ ਹਨ। ਸੋ ਕਹਿੰਦੇ ਦੋਵਾਂ ਦੀ ਜਦੋਂ ਏਕਤਾ ਮਿਲ ਜਾਂਦੀ ਹੈ, ਦੋਵੇਂ ਇੱਕੋ ਜਗ੍ਹਾ ਹੋ ਜਾਂਦੇ ਆ ਤੇ ਹੈ ਦੋਵੇਂ ਬ੍ਰਹਮ ਦਾ ਸਰੂਪ ਹੀ। ਫਿਰ ਉਚਾਰਨ ਕਰਦੇ ਹਨ ਕਿ ਉਹ ਬ੍ਰਹਮ ਜੋ ਹੈ ਉਹ ਆਪ ਹੀ ਨਿਰਗੁਣ ਹੈ ਤੇ ਆਪ ਹੀ ਸਰਗੁਣ ਸਰੂਪ ਹੈ। ਜਿਹਨੇ ਕਲਾ ਧਾਰ ਕੇ ਸ਼ਕਤੀ ਧਾਰ ਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਆ ਹੋਇਆ ਹੈ। ਪੁਨः ਫਿਰ ਉਚਾਰਨ ਕਰਦੇ ਹਨ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ। हे ਵਾਹਿਗੁਰੂ ਪਰਮੇਸ਼ਰ ਪਾਰ ਬ੍ਰਹਮ, ਮੈਂ ਆਪਣੇ ਆਪ ਵਿੱਚ ਜੀਵ ਕੁਝ ਵੀ ਨਹੀਂ ਹੈ, ਸਭ ਕੁਝ ਉਸ ਪਰਮਾਤਮਾ ਦਾ ਹੀ ਹੈ, ਪਰਮਾਤਮਾ ਤੇਰਾ ਹੀ ਹੈ। ਈਗੈ ਨਿਰਗੁਣ, ਇੱਥੇ ਨਿਰਗੁਣ ਰੂਪ ਵਿੱਚ ਜੀਵ ਰੂਪ ਦੇ ਵਿੱਚ, ਤੇ ਉਗੈ ਸਰਗੁਣ ਉੱਥੇ ਬ੍ਰਹਮ ਦੇ ਰੂਪ ਦੇ ਵਿੱਚ। ਹਾਂ, ਚਾਹੇ ਨਿਰਗੁਣ ਸਰੂਪ ਹੈ ਚਾਹੇ ਸਰਗੁਣ ਸਰੂਪ ਹੈ, ਸੋ ਸਾਰਿਆਂ ਹੀ ਸਰੂਪਾਂ ਦੇ ਵਿੱਚ ਮੇਰਾ ਸੁਆਮੀ, ਮੇਰਾ ਮਾਲਕ, ਮੇਰਾ ਬ੍ਰਹਮ ਕੇਲ ਕਰ ਰਿਹਾ, ਕ੍ਰੀੜਾ ਕਰ ਰਿਹਾ ਹੈ, ਸ੍ਰਿਸ਼ਟੀ ਨੂੰ ਰਚਣ ਦੀ ਖੇਡ ਰਚਾ ਰਿਹਾ, ਖੇਡ ਖੇਡ ਰਿਹਾ ਹੈ। ਹਾਂ, ਚਾਰ ਪਦਿਆਂ ਵਾਲੀ ਜੋ ਰਚਨਾ ਹੈ ਚੌਪਈ, ਉਸ ਦੇ ਵਿੱਚ ਉਚਾਰਨ ਕਰਦੇ ਹਨ ਭਾਈ ਸਾਹਿਬ ਕਿ ਪੁਨ ਇਕਤਾ ਜਪਜੀ ਮੈਂ ਕਹੀ। ਫਿਰ ਕਹਿੰਦੇ ਜਪਜੀ ਸਾਹਿਬ ਦੇ ਵਿੱਚ ਜੋ ਜੀਵ ਔਰ ਬ੍ਰਹਮ ਦੀ ਏਕਤਾ ਕਹੀ ਗਈ ਹੈ।
ਭਾਈ ਦਇਆ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਉਹ ਮੈਂ ਤੁਹਾਨੂੰ ਸਹੀ ਕਰਕੇ ਨਿਸ਼ਚੇ ਕਰਕੇ ਭਾਵਨਾ ਕਰਕੇ ਮੈਂ ਤੁਹਾਨੂੰ ਸੁਣਾ ਦਿੱਤੀ ਹੈ। ਜੀਵ ਈਸ਼ ਬ੍ਰਹਮ ਸਰੂਪ ਜੀਵ ਮਨੁੱਖ ਜਿਹੜਾ ਜੀਵ ਹੈ ਅਤੇ ਈਸ਼ ਸੋ ਜਿਹੜਾ ਮਾਇਆ ਸਬਲ ਈਸ਼ਵਰ ਹੈ ਇਹ ਦੋਵੇਂ ਇੱਕ ਬ੍ਰਹਮ ਦਾ ਹੀ ਸਰੂਪ ਹਨ, ਪਰਮੇਸ਼ਰ ਦਾ ਸਰੂਪ ਹਨ। ਸੋ ਕਹਿੰਦੇ ਸਭ ਵਿਦ ਸਾਰੀਆਂ ਵਿਧੀਆਂ ਕਰਕੇ ਸਾਰਿਆਂ ਤਰੀਕਿਆਂ ਦੇ ਨਾਲ ਕਹਿੰਦੇ ਇਹ ਦੱਸ ਦਿੱਤਾ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਉਪਮਾ ਤੋਂ ਰਹਿਤ ਉਹ ਸਾਰਿਆਂ ਦੇ ਵਿੱਚ ਅਭੇਦ ਹੋਇਆ ਹੈ, ਮਿਲਿਆ ਹੋਇਆ ਹੈ। ਹੁਣ ਉਹ ਪ੍ਰਮਾਣ ਦਿੰਦੇ ਆ ਵੀ ਇਹ ਗੱਲ ਲਿਖੀ ਕਿੱਥੇ ਹੋਈ ਹੈ ਵੀ ਜਿਹੜਾ ਜੀਵ ਹੈ ਜਾਂ ਈਸ਼ ਹੈ ਉਹ ਪਰਮਾਤਮਾ ਦੇ ਵਿੱਚ ਮਿਲ ਕੇ ਬ੍ਰਹਮ ਦੇ ਵਿੱਚ ਮਿਲ ਕੇ ਬ੍ਰਹਮ ਸਰੂਪ ਹੋ ਜਾਂਦਾ ਹੈ। ਕਹਿੰਦੇ ਜਪਜੀ ਸਾਹਿਬ ਵਿੱਚ ਲਿਖੀ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਆ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈ ਆ। ਕਹਿੰਦੇ ਜੋ ਸਾ ਲਾਹੀ ਸਾਲਾਹੁਣ ਯੋਗ ਹੈ ਪਾਰ ਬ੍ਰਹਮ ਪਰਮੇਸ਼ਰ ਜੋ ਸਲਾਹੁਣ ਯੋਗ ਹੈ ਸਾ ਲਾਹੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਉਹ ਪਾਰ ਬ੍ਰਹਮ ਪਰਮੇਸ਼ਰ ਉਹਨੂੰ ਸਲਾਹੁਣਾ ਚਾਹੀਦਾ ਕਿਉਂਕਿ ਉਹ ਸਲਾਹੁਣ ਦੇ ਯੋਗ ਹੈ। ਕਈ ਵਾਰ ਦੁਨੀਆ ਵਿੱਚ ਐਸਾ ਵੀ ਸਾਡੇ ਨਾਲ ਵਰਤਦਾ ਹੈ ਵੀ ਅਸੀਂ ਸਲਾਹ ਦਿੰਦੇ ਹਾਂ ਪਰ ਬੰਦਾ ਸਲਾਹੁਣ ਯੋਗ ਹੁੰਦਾ ਨਹੀਂ। ਆਪਾਂ ਸਲਾਹੁੰਦੇ ਹਾਂ, ਬਹੁਤ ਨੂੰ ਸਲਾਹੁੰਦੇ ਹਾਂ, ਕਈ ਵਾਰੀ ਐਵੇਂ ਮੂੰਹ ਮੱਥਾ ਰੱਖਣ ਵਾਸਤੇ ਕਿਸੇ ਦੀ ਸਿਫਤ ਸਲਾਹ ਕਰ ਦਿੰਦੇ ਹਾਂ, ਆਪਾਂ ਉਹਨੂੰ ਸਲਾਹ ਦਿੰਦੇ ਹਾਂ। ਕਈ ਵਾਰੀ ਅਗਿਆਨਤਾ ਵਸ ਵੀ ਕਿਸੇ ਨੂੰ ਸਲਾਹਿਆ ਜਾਂਦਾ ਪਰ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਤਾਂ ਬੰਦਾ ਸਲਾਹੁਣ ਯੋਗ ਹੈ ਹੀ ਨਹੀਂ ਸੀ। ਬਹੁਤੀ ਦੂਰ ਦੀ ਗੱਲ ਛੱਡੋ, ਆ ਸਰਸੇ ਵਾਲਾ ਗੁਰਮੀਤ ਰਾਮ ਰਹੀਮ ਅਕਾਲੀ ਜਿਹੜਾ ਪੈਰੋਲ ਦੇ ਉੱਤੇ ਇੱਕ ਦਿਨ ਦੀ ਕਸਟਡੀ ਪੈਰੋਲ ਦੇ ਉੱਤੇ ਆਇਆ ਸੀ, ਉਹਨੂੰ ਉਹਦੇ ਚੇਲਿਆਂ ਨੇ ਬੜਾ ਸਲਾਹਿਆ ਵੀ ਸਾਡਾ ਪਿਤਾ ਜੀ ਹੈ, ਸਾਡੇ ਵਾਸਤੇ ਇਹ ਰੱਬ ਹੈ। ਅਤੇ ਜਦੋਂ ਉਹਦੇ ਕਾਲੇ ਕਾਰਨਾਮੇ ਸਾਹਮਣੇ ਆਏ ਸੁਨਾਰੀਆ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ। ਫਿਰ ਉਹ ਮੱਥੇ 'ਤੇ ਹੱਥ ਮਾਰਦੇ ਹੋਣਗੇ ਵੀ ਉਹ ਤਾਂ ਸਲਾਹੁਣ ਯੋਗ ਹੈ ਹੀ ਨਹੀਂ ਸੀ, ਅਸੀਂ ਤਾਂ ਐਵੇਂ ਪਿਤਾ ਬਣਾਈ ਫਿਰੇ, ਐਵੇਂ ਪਿਤਾ ਜੀ ਕਹੀ ਗਏ। ਦਸ਼ਮੇਸ਼ ਪਿਤਾ ਜੀ ਨੂੰ ਆਪਾਂ ਪਿਤਾ ਜੀ ਕਹਿੰਦੇ ਹਾਂ ਕਿਉਂਕਿ ਉਹਨਾਂ ਨੇ ਆਪਣੇ ਪੁੱਤਰ ਵਾਰ ਕੇ ਇਹ ਬਚਨ ਕੀਤੇ ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆ ਮੇਰੇ ਹਜ਼ਾਰਾਂ ਪੁੱਤਰ ਧੀਆਂ ਜਿਉਂਦੇ ਆ, ਫਿਰ ਕੀ ਹੋਇਆ ਚਾਰ ਇਹਨਾਂ ਤੋਂ ਕੁਰਬਾਨ ਕਰ ਦਿੱਤੇ। ਇਸ ਕਰਕੇ ਆਪਾਂ ਕਹਿੰਦੇ ਹਾਂ ਦਸ਼ਮੇਸ਼ ਪਿਤਾ। ਅਤੇ ਉਹਨੂੰ ਪਖੰਡੀ ਨੂੰ ਲੋਕ ਐਵੇਂ ਪਿਤਾ ਜੀ ਕਹੀ ਗਏ, ਸਲਾਹੁਣ ਯੋਗ ਹੈ ਨਹੀਂ ਸੀ ਪਰ ਸਲਾਹੀ ਗਏ। ਪਰ ਸਤਿਗੁਰੂ ਜੀ ਜਪਜੀ ਸਾਹਿਬ ਦੇ ਵਿੱਚ ਸਾਨੂੰ ਇਹ ਤਾਕੀਦ ਕਰ ਰਹੇ ਹੈ, ਇਹ ਸਮਝਾ ਰਹੇ ਆ, ਇਹ ਉਪਦੇਸ਼ ਕਰ ਰਹੇ ਆ ਕਿ ਜੋ ਸਲਾਹੁਣ ਯੋਗ ਪਰਮਾਤਮਾ ਸਿਰਫ ਉਸੇ ਨੂੰ ਸਲਾਹ। ਸਤਿਗੁਰਾਂ ਨੇ ਤਾਂ ਬਾਣੀ ਵਿੱਚ ਐਸਾ ਵੀ ਆਖਿਆ ਨਾ ਵੀ ਦੁਨੀਆ ਨਾ ਸਾਲਾਹੇ ਜੋ ਮਰ ਵੰਝਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਲੋਕਾਂ ਦਾ ਕੀ ਸਲਾਹੁਣਾ, ਜੋ ਸਲਾਹੁਣ ਯੋਗ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਕਰ। ਸਾਲਾਹੀ ਸਾਲਾਹੇ ਜੋ ਸਲਾਹੁਣ ਯੋਗ ਪਰਮਾਤਮਾ ਹੈ ਉਹਦੀ ਸਿਫਤ ਸਲਾਹ ਜਦੋਂ ਕਰਦੇ ਹਾਂ ਅਤੇ ਕਿੰਨੀ ਦੇਰ ਕਰਨੀ ਹੈ। ਸਤਿਗੁਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਆ ਏਤੀ ਸੁਰਤ ਨਾ ਪਾਈਆ। ਕਹਿੰਦੇ ਉਦੋਂ ਤੱਕ ਉਹਦੀ ਸਿਫਤ ਸਲਾਹ ਕਰਦੇ ਜਾਓ ਕਰਦੇ ਜਾਓ ਕਰਦੇ ਜਾਓ ਜਦੋਂ ਤੱਕ ਤੁਹਾਡੀ ਸੁਰਤ ਦੀ ਇਤੀ ਨਾ ਹੋ ਜਾਵੇ। ਇਤੀ ਨਾਮ ਸੰਸਕ੍ਰਿਤ ਦੇ ਵਿੱਚ ਅੰਤ ਦਾ ਹੈ, ਐਂਡ ਦਾ, ਖਤਮ ਦਾ, ਸਮਾਪਤ ਕਹਿ ਲਓ। ਜਦੋਂ ਆਪਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਹਾਂ ਉਹਨਾਂ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਇਤੀ ਸ਼ਬਦ ਲਿਖਿਆ ਹੁੰਦਾ ਹੈ। ਈੜੀ ਨੂੰ ਸਿਹਾਰੀ, ਤੱਤੇ ਨੂੰ ਸਿਹਾਰੀ ਕਰਕੇ ਇਤ ਲਿਖਿਆ ਹੁੰਦਾ ਹੈ, ਉਹਦਾ ਮਤਲਬ ਸਮਾਪਤੀ ਹੁੰਦਾ ਹੈ। ਚੌਪਈ ਸਾਹਿਬ ਦਾ ਪਾਠ ਕਰਦੇ ਹਾਂ ਨਾ ਆਪਾਂ, ਉੱਥੇ ਵੀ ਆਉਂਦਾ ਇਤ ਸ੍ਰੀ ਚਰਿਤਰੋ ਪਖਿਆਨੇ ਆਉਂਦਾ ਨਾ ਪਾਠ, ਉੱਥੇ ਵੀ ਸਮਾਪਤੀ ਹੈ ਉਸ ਪਾਠ ਦੀ, ਉਸ ਰਚਨਾ ਦੀ। 405 ਚਰਿੱਤਰ ਸਮਾਪਤ ਮਸਤ ਸੋ ਮਸਤ ਅਫਜੂ। ਸੋ ਉੱਥੇ ਇਤੀ ਹੈ, ਸਮਾਪਤੀ ਹੈ। ਇਤੀ ਦਾ ਮਤਲਬ ਹੀ ਸਮਾਪਤੀ ਹੈ। ਕਹਿੰਦੇ ਸਲਾਹੁਣ ਯੋਗ ਪਰਮਾਤਮਾ ਨੂੰ ਸਲਾਹੋ ਜਦੋਂ ਤੱਕ ਸੁਰਤ ਦਾ ਅੰਤ ਨਾ ਹੋ ਜਾਵੇ, ਸੁਰਤ ਉਹਦੇ ਵਿੱਚ ਲਿਵਲੀਨ ਨਾ ਹੋ ਜਾਵੇ, ਮਿਲ ਨਾ ਜਾਵੇ, ਉਹ ਬ੍ਰਹਮ ਦਾ ਸਰੂਪ ਨਾ ਹੋ ਜਾਵੇ, ਉਸ ਵੇਲੇ ਤੱਕ ਉਸ ਬ੍ਰਹਮ ਨੂੰ ਸਲਾਹੋ। ਨਦੀਆਂ ਤੈ ਵਹਾ
ਹਾਂ ਕਹਿੰਦੇ ਜਿਵੇਂ ਨਦੀਆਂ ਅਤੇ ਵਾਹ, ਦਰਿਆ ਜਿਹੜੇ ਆ ਨਦੀਆਂ ਹਨ, ਅਤੇ ਇਸੇ ਤਰ੍ਹਾਂ ਵਾਹ ਨਾਮ ਹੈ ਨਾਲਿਆਂ ਦਾ, ਵਾਹੜਿਆਂ ਦਾ। ਨਦੀਆਂ ਅਤੇ ਵਾਹੜੇ ਜਿਹੜੇ ਜਲ ਦੇ ਸਰੋਤ ਹੈ, ਇਹਨਾਂ ਵਿੱਚ ਜਲ ਵਗਦਾ ਰਹਿੰਦਾ ਹੈ, ਅਤੇ ਐਂਡ ਇਹਨਾਂ ਦਾ ਕਿੱਥੇ ਹੁੰਦਾ, ਜਾ ਕੇ ਸਮੁੰਦਰ ਵਿੱਚ ਮਿਲ ਜਾਂਦੇ ਆ। ਇਹ ਸਮੁੰਦਰ ਵਿੱਚ ਜਾ ਕੇ ਇਹਨਾਂ ਦਾ ਜਲ ਮਿਲ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਪ੍ਰਮਾਤਮਾ ਵਿੱਚ ਸੁਰਤ ਲਾ ਕੇ ਉਹਨੂੰ ਉਦੋਂ ਤੱਕ ਸਿਫਤ ਸਲਾਹ ਉਹਦੀ ਕਰਦੇ ਰਹੋ ਜਦੋਂ ਤੱਕ ਤੁਹਾਡੀ ਸੁਰਤ ਉਹ ਪਰਮਾਤਮਾ ਦਾ, ਬ੍ਰਹਮ ਦਾ ਸਰੂਪ ਨਾ ਹੋ ਜਾਵੇ। ਨਦੀਆਂ ਅਤੇ ਵਾਹ, ਨਦੀਆਂ ਨਾਮ ਹੈ ਈਸ਼ਰ ਦਾ ਅਤੇ ਵਾਹ ਨਾਮ ਹੈ ਜੀਵ ਦਾ। ਕਹਿੰਦੇ ਨਦੀਆਂ ਅਤੇ ਵਾਹ, ਜੀਵ ਅਤੇ ਈਸ਼ਰ ਉਦੋਂ ਤੱਕ ਉਹ ਸਲਾਹੁਣਯੋਗ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹਿਣ ਜਦੋਂ ਤੱਕ ਉਹ ਪਵੈ ਸਮੁੰਦ, ਸਮੁੰਦ ਦੇ ਵਿੱਚ, ਬ੍ਰਹਮ ਦੇ ਵਿੱਚ ਨਹੀਂ ਲੀਨ ਹੋ ਜਾਂਦੇ ਔਰ ਨਾ ਜਾਣੀਏ ਹੈ। ਜਿੱਥੇ ਫਿਰ ਉਹਨਾਂ ਦਾ ਵੱਖਰਾਪਣ ਨਹੀਂ ਜਾਣਿਆ ਜਾਂਦਾ। ਜਦੋਂ ਸਮੁੰਦਰ ਦੇ ਵਿੱਚ ਜਾ ਕੇ ਜਲ ਪੈ ਗਿਆ, ਉਦੋਂ ਕਹਿੰਦਾ ਕੋਈ ਵੀ ਆ ਨਦੀ ਵਗੀ ਜਾਂਦੀ ਇਹਦੇ ਵਿੱਚ, ਜਾਂ ਫਲਾਣੇ ਨਾਲੇ ਦਾ ਪਾਣੀ ਹੈ, ਉਦੋਂ ਸਮੁੰਦਰ ਦਾ ਹੀ ਜਲ ਹੋ ਜਾਂਦਾ, ਸਮੁੰਦਰ ਦਾ ਹੀ ਪਾਣੀ ਹੋ ਜਾਂਦਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਜਿੱਥੇ ਬਿਬ ਨਹੀਂ ਹੈ, ਦੂਸਰਾ ਨਹੀਂ ਹੈ, ਅਦਵੈਤਵਾਦ ਨਹੀਂ ਹੈ, ਅਨਕਤਾਈ ਨਹੀਂ ਹੈ, ਉਸ ਨੂੰ ਕਹਿੰਦੇ ਆ ਇਕਮਿਕ ਹੋਣਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੀਵ ਦੀ, ਈਸ਼ ਦੀ ਔਰ ਬ੍ਰਹਮ ਦੀ ਏਕਤਾ ਜਿਹੜੀ ਹੈ ਇਹਨਾਂ ਤੁਕਾਂ ਰਾਹੀਂ ਦਰਸਾਈ ਹੈ। ਸਦਾ ਸਲਾਮਤ ਤਤ ਪਦ ਜਾਨ। ਹੁਣ ਇਹਨਾਂ ਪੰਕਤੀਆਂ ਦਾ ਭਾਈ ਸਾਹਿਬ ਜੀ ਆਪਣੇ ਢੰਗ ਦੇ ਨਾਲ ਅਰਥ ਵੀ ਕਰਦੇ ਆ। ਕਹਿੰਦੇ ਸਦਾ ਸਲਾਮਤ ਤਤ ਪਦ ਜਾਨ, ਤੂੰ ਸਦਾ ਸਲਾਮਤ ਨਿਰੰਕਾਰ ਵਾਲੀ ਤੁਕ ਦਾ ਅਰਥ ਕਰ ਰਹੇ ਹੈ ਕਿ ਜੋ ਇਹਦੇ ਵਿੱਚ ਸਦਾ ਸਲਾਮਤ ਪਦ ਆਏ ਹੈ, ਇਹਨਾਂ ਦਾ ਅਰਥ ਕਹਿੰਦੇ ਕੀ ਹੈ, ਇਹਨੂੰ ਕਹਿੰਦੇ ਤਤ ਪਦ ਜਾਣੋ, ਤਤ ਤਵੰਗ। ਸੋ ਇਸ ਨੂੰ ਕਹਿੰਦੇ ਤਤ ਪਦ ਜਾਣੋ, ਇਹਨੂੰ ਈਸ਼ਰ ਪਦ ਜਾਣ ਲਵੋ। ਫਿਰ ਵਿਦਵਾਨਾਂ ਵਾਲੀ ਇੱਥੇ ਰੀਤੀ ਨੂੰ ਦੁਹਰਾਉਂਦੇ ਆ, ਨਿਯਮ ਦੱਸਦੇ ਆ। ਵਿਦਵਾਨਾਂ ਦਾ ਇੱਕ ਨਿਯਮ ਹੁੰਦਾ ਹੈ, ਕਥਾਵਾਚਕਾਂ ਦਾ, ਅਰਥ ਕਰਨ ਵਾਲਿਆਂ ਦਾ। ਕਈ ਤੁਕਾਂ ਐਸੀਆਂ ਹੁੰਦੀਆਂ ਜਿਨ੍ਹਾਂ ਦਾ ਅਰਥ ਸਿੱਧੀ ਪੰਕਤੀ ਨੂੰ ਜੇ ਪੜ੍ਹੀਏ ਫਿਰ ਹੋ ਨਹੀਂ ਸਕਦਾ ਹੁੰਦਾ। ਉੱਥੇ ਅਨਵੈ ਰੀਤੀ ਵਰਤੀ ਜਾਂਦੀ ਹੈ। ਅਨਵੈ ਰੀਤੀ ਕਹਿੰਦੇ ਆ ਪਿਛਲੇ ਸ਼ਬਦਾਂ ਨੂੰ ਚੁੱਕ ਕੇ ਅਗਲੇ ਪਾਸੇ ਲਿਆ ਕੇ ਲਾ ਲੈਣਾ, ਫਿਰ ਉਸ ਨੂੰ ਬੋਲ ਕੇ ਉਹਦਾ ਅਰਥ ਕਰਨਾ, ਯੋਗਤਾ ਅਨੁਸਾਰ ਜਿੱਥੇ ਯੋਗ ਬਣਦਾ ਉੱਥੇ ਲਾ ਲੈਣਾ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਦੋਂ ਇਸ ਪੰਕਤੀ ਦਾ ਅਰਥ ਕਰੋਗੇ ਤਾਂ ਕਹਿੰਦੇ ਤੂੰ ਤੇ ਪੂਰਬ ਅਨਵੈ ਠਾਨ, ਤੂੰ ਸ਼ਬਦ ਤੋਂ ਪਹਿਲਾਂ ਕਹਿੰਦੇ ਪਿਛਲੇ ਸ਼ਬਦਾਂ ਨੂੰ ਚੱਕ ਕੇ ਇੱਥੇ ਅਨਵੈ ਰੀਤੀ ਦਾ ਪ੍ਰਯੋਗ ਕਰ ਲਵੋ। ਹਾਂ, ਫਿਰ ਕਹਿੰਦੇ ਇਹ ਬਣ ਜਾਏਗਾ ਤੂੰ ਸਦਾ ਸਲਾਮਤ ਨਿਰੰਕਾਰ ਹੈ ਨਾ, ਇਹ ਬਣ ਜਾਏਗਾ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਬਣ ਜਾਏਗਾ ਨਿਰੰਕਾਰ ਤੂੰ ਸਦਾ ਸਲਾਮਤ। ਫਿਰ ਇਹਦਾ ਅਰਥ ਕਰੋ, ਕਹਿੰਦੇ ਫਿਰ ਇਹਦਾ ਅਰਥ ਬਣ ਜਾਏਗਾ ਤਤ ਤੂੰ ਦੋਨੋਂ ਹੈ ਨਿਰੰਕਾਰ, ਤਤ ਈਸ਼ਵਰ ਤਵੰਗ ਜੀਵ, ਈਸ਼ਵਰ ਅਤੇ ਜੀਵ, ਜੀਵ ਈਸ਼ਵਰ ਅਤੇ ਨਿਰੰਕਾਰ, ਇਹ ਤਿੰਨੇ ਇੱਕੋ ਸਰੂਪ ਹਨ। ਜੀਵ ਅਤੇ ਈਸ਼ ਜਿਹੜੇ ਨਿਰੰਕਾਰ ਦਾ, ਬ੍ਰਹਮ ਦਾ ਸਰੂਪ ਹਨ। ਉਹ ਪਾਰ ਬ੍ਰਹਮ ਪਰਮੇਸ਼ਰ ਜੋ ਸਤ ਹੈ, ਜਿਹੜਾ ਤਿੰਨੇ ਕਾਲਾਂ ਦੇ ਵਿੱਚ ਜਿਹਦਾ ਖਾਤਮਾ ਨਹੀਂ ਹੁੰਦਾ, ਤ੍ਰਾਈ ਕਾਲ ਆਬਾਦ ਹੈ। ਸਤ ਉਸ ਵਸਤੂ ਨੂੰ ਕਿਹਾ ਜਾਂਦਾ ਹੈ ਜਿਹਦੇ ਉੱਤੇ ਕਾਲ ਦਾ ਕੋਈ ਅਸਰ ਨਾ ਹੋਵੇ, ਪ੍ਰੈਜੈਂਟ ਦਾ, ਪਾਸਟ ਦਾ, ਫਿਊਚਰ ਦਾ ਕੋਈ ਅਸਰ ਨਾ ਹੋਵੇ, ਜਿਹਨੂੰ ਆਪਾਂ ਪੜ੍ਹਦੇ ਹਾਂ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਤੇ ਉਹ ਕੌਣ ਹੈ? ਉਹ ਇੱਕ ਪਰਮਾਤਮਾ ਹੈ, ਕਿਉਂਕਿ ਬਾਕੀ ਤਾਂ ਸਭ ਕਾਲ ਦੇ ਅਧੀਨ ਹੈ ਨਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਤਾਂ ਉਹ ਵਾਹਿਗੁਰੂ ਪਰਮੇਸ਼ਰ ਨੇ ਸਾਰਾ ਕਾਲ ਦਾ ਤਮਾਸ਼ਾ ਕੀਤਾ, ਖੇਡ ਰਚਾਈ ਹੋਈ ਹੈ। ਅਤੇ ਜਿਹੜਾ ਸੱਤ ਹੈ, ਸदैव ਹੈ, ਸਤਨਾਮ ਹੈ ਜਿਹੜਾ, ਉਹ ਕੀ ਹੈ? ਉਹ ਇੱਕ ਬ੍ਰਹਮ ਹੈ। ਸੋ ਬ੍ਰਹਮ ਸਤ ਹੈ। ਇਸੇ ਪ੍ਰਕਾਰ ਚੇਤਨ ਹੈ, ਚੇਤਨਾ ਦੇ ਸਹਿਤ ਹੈ, ਚੇਤਨ ਸੱਤਾ ਹੈ ਉਹਦੀ। ਆਪਾਂ ਬਾਕੀ ਤਾਂ ਸਾਰੇ ਜੜ ਹੀ ਆ ਨਾ। ਜੇ ਉਹਦੀ ਚੇਤਨ ਸੱਤਾ ਸਾਡੇ ਵਿੱਚ, ਉਹਦਾ ਅੰਸ਼ ਸਾਡੇ ਵਿੱਚ ਵਸਦਾ ਹੈ,
ਤਾਂ ਅਸੀਂ ਚੇਤਨ ਹੈ, ਤਾਂ ਅਸੀਂ ਤੁਰਦੇ ਫਿਰਦੇ ਹਾਂ, ਬੋਲਦੇ ਸੁਣਦੇ ਹਾਂ, ਖਾਂਦੇ ਪੀਂਦੇ ਹਾਂ। ਸੋ ਉਹ ਬ੍ਰਹਮ ਚੇਤਨ ਹੈ ਔਰ ਆਨੰਦ ਇਕਸਾਰ, ਅਤੇ ਇਕਸਾਰ ਆਨੰਦ ਸਰੂਪ ਹੈ। ਕਿਉਂਕਿ ਆਪਾਂ ਤਾਂ ਕਦੇ ਕਦੇ ਕਹਿੰਦੇ ਹਾਂ ਵੀ ਆਨੰਦ ਆਇਆ, ਥੋੜ੍ਹੇ ਚਿਰ ਬਾਅਦ ਆਪਾਂ ਉਹੀ ਆਨੰਦ ਕਹਿਣ ਵਾਲੇ ਦੁਖੀ ਵੀ ਹੋਏ ਫਿਰਦੇ ਹੁੰਦੇ ਆ। ਪਰ ਉਹ ਬ੍ਰਹਮ ਜਿਹੜਾ ਉਹ ਆਨੰਦ ਸਰੂਪ ਹੈ, ਇਕਸਾਰ, ਨਿਰੰਤਰ, ਇੱਕ ਰਸ, ਉਹ ਆਨੰਦ ਸਰੂਪ ਹੈ। ਸੋ ਜਿਹੜਾ ਜੀਵ ਹੈ, ਕਹਿੰਦੇ ਇਉਂ ਸਮਝ ਲਓ, ਹੁਣ ਜਿਹੜੀ ਉੱਪਰ ਪੰਕਤੀ ਦਿੱਤੀ ਸੀ ਸਰਗੁਣ ਨਿਰਗੁਣ ਨਿਰੰਕਾਰ, ਸੋ ਇਹਨਾਂ ਪੰਕਤੀਆਂ ਦਾ ਨਿਰਗੁਣ ਆਪ ਸਰਗੁਣ ਵੀ ਉਹੀ, ਸਰਗੁਣ ਨਿਰਗੁਣ ਥਾਪੈ ਨਾਉ, ਇਹਨਾਂ ਪੰਕਤੀਆਂ ਦਾ ਅਰਥ ਕਰਦੇ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਅਰਥ ਕਰਦੇ ਆ। ਕਹਿੰਦੇ ਨਿਰਗੁਣ ਕੀ ਹੈ? ਕਹਿੰਦੇ ਜੀਵ ਜਿਹੜਾ ਇਹ ਨਿਰਗੁਣ ਹੈ ਔਰ ਈਸ਼ਰ ਸਗੁਣਾ, ਈਸ਼ਰ ਕਹਿੰਦੇ ਗੁਣਾਂ ਦੇ ਸਹਿਤ ਹੈ, ਸਰਗੁਣ ਸਰੂਪ ਹੈ। ਤੇ ਚੇਤਨ ਦੀ, ਇੱਕ ਬ੍ਰਹਮ ਦੀ ਜਿਹੜੀ ਕਲਾ ਹੈ, ਬ੍ਰਹਮ ਦੀ ਸ਼ਕਤੀ ਹੈ, ਇਹ ਦੋਵਾਂ ਦੇ ਵਿੱਚ ਬਰਾਬਰ ਵਰਤ ਰਹੀ ਹੈ। ਇਸ ਤਰ੍ਹਾਂ ਆਖਿਆ ਹੈ। ਫਿਰ ਜਿਹੜੀ ਨਦੀਆਂ ਅਤੇ ਵਾਹ, ਉਸ ਪੰਕਤੀ ਦਾ ਅਰਥ ਕਰਦੇ ਹੈ। ਕਹਿੰਦੇ ਨਦੀ ਕੀ ਹੈ? ਇਹ ਈਸ਼ਵਰ ਹੈ। ਵਾਹ, ਵਾਹੜਾ ਨਾਲਾ ਕੀ ਹੈ? ਇਹਨੂੰ ਕਹਿੰਦੇ ਜੀਵ ਜਾਣ ਲਵੋ। ਜਦੋਂ ਕਹਿੰਦੇ ਸਮੁੰਦਰ ਦੇ ਵਿੱਚ ਇਹ ਜਾ ਕੇ ਪੈ ਜਾਂਦੇ ਆ, ਤੇ ਫਿਰ ਨਦੀ ਜਾਂ ਨਾਲਾ ਜਾਂ ਵਾਹੜਾ, ਉਹਨਾਂ ਦਾ ਨਾਮ ਖਤਮ ਹੋ ਜਾਂਦਾ, ਬਸ ਉੱਥੇ ਇੱਕ ਜਲ ਹੀ ਰਹਿ ਜਾਂਦਾ ਵੀ ਇਹ ਪਾਣੀ ਹੈ। ਉੱਥੇ ਸਮੁੰਦਰ ਰੂਪ ਹੋ ਜਾਂਦੇ ਹਨ, ਜਲ ਰੂਪ ਹੋ ਜਾਂਦੇ ਹਨ। ਇਸ ਤੋਂ ਲੈ ਕੇ ਕਹਿੰਦੇ ਇਹ ਸਾਰੀਆਂ ਪੰਕਤੀਆਂ ਦੇ ਅਰਥ ਵਿਚਾਰ ਲਵੋ। ਭਾਈ ਸਾਹਿਬ ਜੀ ਕਹਿੰਦੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪਹਿਲਾਂ ਹੀ ਇਹਦਾ ਆਕਾਰ ਬਹੁਤ ਵੱਡਾ ਹੋ ਗਿਆ, ਬੜਾ ਵਿਸਥਾਰ ਹੋ ਗਿਆ। ਜੇ ਕਹਿੰਦੇ ਮੈਂ ਹੋਰ ਵਿਸਥਾਰ ਕਰਾਂ, ਇਹਨਾਂ ਦਾ ਵਿਸਥਾਰ ਤਾਂ ਬਹੁਤ ਹੋ ਸਕਦਾ ਹੈ, ਕਿਉਂਕਿ ਗੁਰਬਾਣੀ ਦੇ ਇੱਕ ਇੱਕ ਸ਼ਬਦ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਗਿਆਨ ਸਮਾਇਆ ਹੋਇਆ ਹੈ। ਕਹਿੰਦੇ ਵਿਸਥਾਰ ਬਹੁਤ ਹੋ ਸਕਦਾ ਹੈ, ਪਰ ਗ੍ਰੰਥ ਬਹੁਤ ਵੱਧ ਜਾਵੇਗਾ, ਇਸ ਕਰਕੇ ਵਿਸਥਾਰ ਨਹੀਂ ਕਰ ਰਹੇ। ਕਹਿੰਦੇ ਸੂਖਮ ਵਿਧੀ ਦੇ ਨਾਲ ਜਾਂ ਸੂਖਮ ਤਰੀਕੇ ਦੇ ਨਾਲ, ਸ਼ਾਰਟਕੱਟ ਹੀ ਕਹਿੰਦੇ, ਬਹੁਤ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਹੀ ਕਹਿੰਦੇ ਮੈਂ ਇਹ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਜਿਹਨੂੰ ਕਹਿੰਦੇ ਆ, ਥੋੜ੍ਹੇ ਲਫ਼ਜ਼ਾਂ ਦੇ ਵਿੱਚ ਕਹਿਣਾ, ਕਹਿੰਦੇ ਮੈਂ ਇਹ ਸਾਰੀ ਗੱਲ ਜਣਾਈ ਹੈ, ਸਮਝਾਈ ਹੈ। ਔਰ ਵੇਦਾਂ ਦੇ ਜਿਹੜੇ 4 ਮਹਾਵਾਕ ਹੈ, ਉਹਨਾਂ ਨੂੰ ਗੁਰਬਾਣੀ ਵਿੱਚ ਇਉਂ ਦਿਖਾ ਦਿੱਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਹੋਰ ਵੀ ਜੀਵ ਔਰ ਈਸ਼ ਦੀ ਏਕਤਾ, ਬ੍ਰਹਮ ਦੇ ਵਿੱਚ ਜਿਹੜੀ ਏਕਤਾ ਹੈ, ਆਤਮਾ ਪਰਮਾਤਮਾ ਦੀ ਏਕਤਾ, ਅਭੇਦਤਾ ਦੇ ਬਹੁਤ ਸਾਰੇ ਵਾਕ ਆਏ ਹਨ। ਸਮਤਵੰਤ ਜਿਹੜੇ ਚੰਗੀ ਬੁੱਧੀ ਵਾਲੇ ਹਨ, ਸੋ ਉਹ ਜਦੋਂ ਇਸ ਦੇ ਅਰਥ ਵਿਚਾਰਦੇ ਹਨ, ਤੇ ਫਿਰ ਇਹ ਜਿਹੜੇ ਵੇਦਾਂ ਦੇ 4 ਮਹਾਵਾਕ ਹੈ, ਜੀਵ ਹੀ ਬ੍ਰਹਮ ਹੈ, ਬ੍ਰਹਮ ਦਾ ਸਰੂਪ ਹੀ ਜੀਵਾਂ ਵਿੱਚ ਹੈ। ਸੋ ਇਹਨਾਂ ਮਹਾਵਾਕਾਂ ਦੇ ਅਰਥਾਂ ਨੂੰ ਕਹਿੰਦੇ ਭਲੀ ਪ੍ਰਕਾਰ ਕਰਕੇ ਹਿਰਦੇ ਵਿੱਚ ਧਾਰਨ ਕਰ ਲੈਂਦੇ ਹਨ, ਭਲੀ ਪ੍ਰਕਾਰ ਕਰਕੇ ਨਿਰਣਾ ਕਰਦੇ ਹਨ। ਅੱਗੇ ਪ੍ਰਕਿਰਤੀ ਵਾਕ ਦੱਸਦੇ ਹਨ। ਪ੍ਰਕਿਰਤੀ ਜੋ ਸੁਤੇ ਸਿੱਧ ਬ੍ਰਹਮ ਗਿਆਨੀ ਦੀ ਅਵਸਥਾ ਹੈ, ਜਿਹਦੀ ਆਤਮਾ ਬ੍ਰਹਮ ਵਿੱਚ ਲਿਵਲੀਨ ਹੋਈ ਹੈ, ਉਸ ਅਵਸਥਾ ਦੇ ਬਾਰੇ ਜਿਹੜੇ ਵਾਕ ਹਨ ਦੱਸਦੇ ਹਨ। ਕਹਿੰਦੇ ਜਦੋਂ ਉਸ ਪਰਮਾਤਮਾ ਦੇ ਬ੍ਰਹਮ ਦੇ ਵਿੱਚ ਲੀਨਤਾ ਹੋ ਜਾਂਦੀ ਹੈ ਬ੍ਰਹਮ ਗਿਆਨੀ ਦੀ, ਤੇ ਕਹਿੰਦੇ ਜਿਹੜੀ ਉਹ ਆਤਮਾ ਹੈ, ਬ੍ਰਹਮ ਸਰੂਪ ਹੈ, ਨਹਿ ਵਿਨਾਸ਼, ਕਹਿੰਦੇ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਆਤਮਾ ਕਦੇ ਖਤਮ ਨਹੀਂ ਹੁੰਦੀ। ਔਰ ਸੁੱਖ ਦੁੱਖ ਧਰਮਵੰਤਨਾ, ਕਹਿੰਦੇ ਦੁੱਖ ਸੁੱਖ ਵੀ ਉਹਦਾ ਧਰਮ ਨਹੀਂ ਹੈ, ਦੁੱਖ ਸੁੱਖ ਵੀ ਉਸ ਨੂੰ ਵਿਆਪਦੇ ਨਹੀਂ ਹਨ, ਨਾ ਉਹ ਦੁਖੀ ਹੁੰਦਾ ਹੈ ਨਾ ਸੁਖੀ ਹੁੰਦਾ ਹੈ। ਇਹਦਾ ਵਿਸਥਾਰ ਜਾਣਨ ਦੇ ਲਈ ਸੁਖਮਨੀ ਸਾਹਿਬ ਪੜ੍ਹ ਲਓ, ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ। ਸੋ ਉਹ ਦੁਖੀ ਸੁਖੀ ਵੀ ਨਹੀਂ ਹੁੰਦਾ ਆਤਮਾ। ਉੱਥੇ ਫਿਰ ਕੋਈ ਸਾਧਨਾ ਕਰਨ ਵਾਲਾ ਸਾਧਕ ਵੀ ਨਹੀਂ ਹੈ, ਤੇ ਮੁਮੁਖਿਉ ਮੋਕਸ਼ ਇੱਛਾ ਵਾਲਾ ਵੀ ਨਹੀਂ ਹੈ। ਉੱਥੇ ਕਹਿੰਦੇ ਮੁਕਤੀ ਦੀ ਵੀ ਨਿਰਵਿਰਤੀ ਹੈ, ਮੁਕਤੀ ਹੈ ਵੀ ਤੇ ਮੁਕਤੀ ਨਹੀਂ ਵੀ, ਇਹਦੀ ਨਿਰਵਿਰਤੀ ਹੈ। ਮੁਕਤੀ ਵਾਲੇ ਪਾਸੇ ਖਿਆਲ ਹੀ ਨਹੀਂ, ਕਿਉਂਕਿ ਬ੍ਰਹਮ ਦਾ ਸਰੂਪ ਜੋ ਹੋ ਗਿਆ। ਔਰ ਨਾ ਵਿਦਿਆ ਕੋਈ, ਨਾ ਕੋਈ ਵਿਦਿਆ ਤੇ ਨਾ ਹੀ ਅਵਿਦਿਆ ਹੈ। ਤੇ ਉਹ ਆਤਮਾ ਕੈਸਾ ਹੈ, ਬ੍ਰਹਮ ਕੈਸਾ ਹੈ,
ਕਹਿੰਦੇ ਲੋਕ ਅਲੋਕ, ਉਹ ਕਹਿੰਦੇ ਲੋਕ ਵੀ ਹੈ ਤੇ ਅਲੋਕ ਵੀ ਹੈ, ਲੋਕਾਂ ਵਿੱਚ ਵੀ ਹੈ ਤੇ ਲੋਕਾਂ ਤੋਂ ਰਹਿਤ ਵੀ ਹੈ। ਔਰ ਇਸੇ ਪ੍ਰਕਾਰ ਦੇਵ ਨ ਹੋਏ, ਨਾ ਹੀ ਉਹ ਦੇਵਤਾ ਸਰੂਪ ਹੈ। ਵੇਦਾ ਵੇਦਾ ਮਾਤਾ ਮਾਤਾ, ਨਾ ਵੇਦਾ ਹੈ ਨਾ ਅਵੇਦਾ ਹੈ, ਨਾ ਗਿਆਨਵਾਨ ਹੈ ਤਾਂ ਨਾ ਗਿਆਨ ਤੋਂ ਰਹਿਤ ਹੈ। ਸੋ ਇਸੇ ਪ੍ਰਕਾਰ ਵੇਦਾ ਵੇਦਾ, ਨਾ ਉਹ ਉੱਥੇ ਜਾਣਨਾ ਹੈ ਤੇ ਨਾ ਜਾਣਨਾ ਹੈ। ਤੇ ਇਸੇ ਪ੍ਰਕਾਰ ਮਾਤਾ ਮਾਤਾ, ਕਹਿੰਦੇ ਨਾ ਮਾਤਾ ਹੈ ਨਾ ਅਮਾਤਾ, ਮਾਤਾ ਤੋਂ ਬਿਨਾ ਹੈ। ਪਿਤਾ ਪਿਤਾ ਇਮ ਲਖੀਐ ਸੋਈ, ਹਾਂ, ਇਹ ਵੀ ਨਹੀਂ ਕਹਿ ਸਕਦੇ ਵੀ ਉਹ ਪਿਤਾ ਹੈ ਜਾਂ ਆ ਪਿਤਾ, ਪਿਤਾ ਤੋਂ ਬਿਨਾ ਹੈ। ਇਸ ਪ੍ਰਕਾਰ ਜਾਣ ਲਵੋ। ਸੁਖਪਤ ਮੈਂ ਜੀਵ ਬ੍ਰਹਮ ਹੈ। ਹਾਂ, ਕਹਿੰਦੇ ਉਹ ਤਾਂ ਇੱਕ ਜਿਹੜੀ ਸੁਖਪਤੀ ਅਵਸਥਾ ਨਾ, ਜਿਵੇਂ ਲਿਵਲੀਨਤਾ ਵਾਲੀ ਅਵਸਥਾ ਹੈ, ਕਹਿੰਦੇ ਲਿਵਲੀਨਤਾ ਵਾਲੀ ਅਵਸਥਾ ਹੈ, ਉੱਥੇ ਜੀਵ ਨਹੀਂ ਹੈ, ਉੱਥੇ ਤਾਂ ਬ੍ਰਹਮ ਹੀ ਹੈ। ਸੰਸਾਰ ਭਜੋਏ, ਜਿਸ ਕਾਰਨ ਕਰਕੇ ਸੰਸਾਰ ਨੂੰ ਵੀ ਨਹੀਂ ਦੇਖੀਦਾ। ਦੋਹਰਾ ਇਤਿਆਦਿਕ ਜੋ ਵਾਕ ਹੈ, ਇਤਿਆਦਿਕ ਜਿਹੜੇ ਵਾਕ ਹਨ ਇਸ ਪ੍ਰਕਾਰ ਦੇ, ਅਰਥਨਾਂ ਦੇ ਵਿੱਚ ਵਿਚਾਰ, ਹਾਂ, ਜਿਨ੍ਹਾਂ ਦੇ ਅਰਥਾਂ ਦੇ ਵਿੱਚ ਕੋਈ ਵਿਵਚਾਰ ਨਹੀਂ ਹੈ, ਦੂਸਰੀ ਵਿਚਾਰ ਨਹੀਂ ਹੈ, ਦਵੈਤ ਭਾਵਨਾ ਨਹੀਂ ਹੈ। ਭਾਗ ਪ੍ਰਕਿਰਤ ਪਛਾਨੀਏ, ਇਹਨਾਂ ਵਾਕਾਂ ਨੂੰ ਕਹਿੰਦੇ ਪ੍ਰਕਿਰਤ ਵਾਕ ਪਛਾਣ ਲਵੋ। ਜਿਤੋ ਇਮਨਤ ਧਾਰ, ਹਾਂ, ਕਹਿੰਦੇ ਇਹਨਾਂ ਨੂੰ ਨਿਰਧਾਰਤ ਕਰਕੇ, ਨਿਰਧਾਰਨ ਕਰਕੇ, ਭਲੀ ਪ੍ਰਕਾਰ ਕਰਕੇ ਧਾਰਨ ਕਰ ਲਓ, ਨਿਰਣਾ ਕਰ ਲਓ ਕਿ ਇਹ ਪ੍ਰਕਿਰਤੀ ਵਾਕ ਹਨ। ਕਲਪ ਵਾਕ, ਅੱਗੇ ਸਾਵ ਕਲਪ ਵਾਕ ਦੱਸਦੇ ਹਨ। ਸਾਵ ਕਲਪ ਵਾਕ ਕੀ ਹਨ? ਸਈਆ ਛੰਦ ਜੇ ਤੇ ਭੂਤ ਪਏ ਸਭ ਉਤਪਤ। ਹਾਂ, ਕਹਿੰਦੇ ਜਿਸ ਬ੍ਰਹਮ ਤੋਂ ਸਾਰੇ ਭੂਤ ਨਾਮ ਹੈ ਤੱਤਾਂ ਦਾ, ਅਪ ਤੇਜ ਵਾਯ ਪ੍ਰਿਥਵੀ ਆਕਾਸ਼ਾ, ਜਿਹੜੇ ਪੰਜ ਤੱਤਾਂ ਦਾ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜਿਹੜੇ ਇਹ ਪੰਜ ਤੱਤ ਹੈ ਤੇ ਪੰਜੇ ਤੱਤਾਂ ਤੋਂ ਅੱਗੇ ਜਿਹੜੇ ਜੀਵ ਬਣੇ ਹੋਏ ਹਨ, ਜਿਸ ਤੋਂ ਪੈਦਾ ਹੋਏ ਹਨ। ਜੇ ਤੇ ਜੀਵਤ ਤਿਤ ਹੋਈ, ਫਿਰ ਕਹਿੰਦੇ ਜਿਸ ਤੋਂ ਜੀਵਨ ਦੀ ਸਥਿਤੀ ਹੁੰਦੀ ਹੈ, ਜੀਵਨ ਜਿਉਣਾ ਹੁੰਦਾ ਹੈ। ਅੰਤ ਸਮੈ ਸਭ ਲੈ ਹੋਵੇ, ਔਰ ਅੰਤ ਸਮੇਂ ਸਭ ਲਵਾਏ ਹੈ ਤੇ ਸਮੈ, ਅੰਤ ਸਮੇਂ ਕਹਿੰਦੇ ਫਿਰ ਜਿਹੜੇ ਲਿਵਲੀਨਤਾ ਲੈਤਾ ਹੋ ਜਾਂਦੀ ਹੈ, ਕਿਉਂਕਿ ਇੱਕ ਤਾਂ ਹੁੰਦੀ ਉਤਪਤੀ, ਇੱਕ ਹੋਣਾ ਲੈ ਹੋਣਾ, ਨਾਸ਼ ਹੋਣਾ। ਅੰਤ ਸਮੇਂ ਕਹਿੰਦੇ ਜਿਸ ਵੇਲੇ ਨਾਸ਼ ਹੋ ਜਾਂਦਾ ਹੈ। ਜਿਸ ਮੈਂ ਕਰਨੇ ਕੈ ਉਹ ਧਾਰੂ ਸੋਈ। ਹਾਂ, ਕਹਿੰਦੇ ਉਸੇ ਵਿੱਚ ਹੀ ਫਿਰ ਲਿਵਲੀਨਤਾ ਹੋ ਜਾਂਦੀ ਹੈ, ਪਰਮਾਤਮਾ ਦੇ ਵਿੱਚ ਵੀ ਲੈਤਾ ਹੋ ਕੇ ਇਹ ਜੀਵ ਆਤਮਾ ਮਿਲ ਜਾਂਦੀ ਹੈ। ਕਹਿੰਦੇ ਇਹਨੂੰ ਨਿਸ਼ਚੈ ਕਰਕੇ ਔਰ ਧਾਰੋ, ਹਿਰਦੇ ਵਿੱਚ ਧਾਰਨ ਕਰ ਲਵੋ। ਜਾਗਰਤ ਸੁਪਨਾ ਮੂਲ ਅਭਿਆਨਾ ਹੈ। ਹਾਂ, ਜਾਗਰਤ ਅਤੇ ਸੁਪਨ ਜਿਹੜੀ ਅਵਸਥਾ ਹੈ, ਕੂਲ ਉਭਯਨਮ ਹੈ। ਕੂਲ ਨਾਮ ਹੈ ਕਿਨਾਰਿਆਂ ਦਾ, ਜਿਵੇਂ ਨਦੀ ਦੇ ਦੋ ਕਿਨਾਰੇ ਹੁੰਦੇ ਆ, ਕਹਿੰਦੇ ਇਸੇ ਤਰ੍ਹਾਂ ਜਾਗਰਤ ਅਵਸਥਾ ਅਤੇ ਸੁਪਨ ਅਵਸਥਾ, ਇਹ ਦੋ ਕਿਨਾਰੇ ਹਨ। ਮਹਾਮਤਸ ਬਿਕਰਤ ਲਖ ਜੋਈ, ਉਭੇ ਨਾਮ ਹੈ ਦੋਵਾਂ ਦਾ, ਉਭਯਨ ਦੋਵੇਂ ਕਿਨਾਰਿਆਂ ਦੇ ਵਿੱਚ ਕਹੇ ਮਹਾਮਤਸ ਵਿਚਰਤ ਲਖ ਜੋਏ, ਮਹਾ ਕੋਈ ਵੱਡੇ ਮੱਛ ਦੀ ਤਰ੍ਹਾਂ, ਕਹਿੰਦੇ ਇਹ ਬ੍ਰਹਮ, ਕਹਿੰਦੇ ਇਹ ਜਾਗਰਤ ਅਵਸਥਾ ਅਤੇ ਜਿਹੜੀ ਸੁਪਨ ਅਵਸਥਾ, ਇਹਨਾਂ ਦੋਵਾਂ ਦੇ ਵਿਚਕਾਰ ਵਿਚਰਦਾ ਹੈ। ਤਿਸ ਆਤਮ ਤੇ ਨਵ ਸੰਭੂਤੰ, ਤੇ ਉਸ ਆਤਮ ਤੋਂ ਹੀ ਕਹਿੰਦੇ ਆਕਾਸ਼ ਆਦਿਕ ਸਾਰੇ ਜਿਹੜੇ ਇਹ ਤੱਤ, ਇਹ ਸਾਰੇ ਜੀਵ, ਸਭ ਕੁਝ ਅੱਗੇ ਪੈਦਾ ਹੁੰਦਾ ਹੈ। ਵਾਕਿ ਅਦਾਲਤ ਸਭ ਕਲਪ ਹੋਈ, ਇਸ ਪ੍ਰਕਾਰ ਦੇ ਜਿਹੜੇ ਵਾਕ ਹਨ, ਇਹਨਾਂ ਨੂੰ ਸਵ ਕਲਪ ਵਾਕ ਕਿਹਾ ਜਾਂਦਾ ਹੈ। ਨਿਰਵਿਕਲਪ ਵਾਕ, ਅੱਗੇ ਨਿਰਵਿਕਲਪ ਵਾਕ ਦੱਸਦੇ ਹਨ। ਕਉ ਪਈ ਸਤਿ ਗਿਆਨ ਮਨੰਤੇ ਬ੍ਰਹਮ। ਹਾਂ, ਜਿਹੜਾ ਦੁਬਾਰਾ ਪੜ੍ਹੋ ਜੀ, ਪੰਕਤੀ ਕਿੱਥੇ ਹੈ? ਸਤਿ ਗਿਆਨ ਮਨੰਤੰ ਬ੍ਰਹਮ। ਹਾਂ, ਉਹ ਬ੍ਰਹਮ ਹੈ, ਉਹ ਸਤ ਹੈ, ਉਹ ਨਾਸ਼ ਤੋਂ ਰਹਿਤ ਹੈ ਔਰ ਗਿਆਨ ਸਰੂਪ ਹੈ। ਮਨੰਤੇ ਬ੍ਰਹਮ ਅਤੇ ਅਨੰਤ ਹੈ, ਉਹਦਾ ਅੰਤ ਵੀ ਨਹੀਂ ਹੈ ਬ੍ਰਹਮ ਦਾ। ਅਯੰ ਵਿਗਿਆਨ ਰੂਪ ਬਿਨ ਭਰਮ, ਤੇ ਐਂ ਇਸੇ ਤਰ੍ਹਾਂ ਹੀ ਉਹ ਵਿਗਿਆਨ ਰੂਪ ਹੈ, ਅਪਰੋਕਸ਼ ਗਿਆਨ, ਕਿਉਂਕਿ ਵਿਗਿਆਨ ਨਾਮ ਅਪਰੋਕਸ਼ ਦਾ ਹੈ। ਕਿਉਂਕਿ ਵਿਗਿਆਨ ਆਪਾਂ ਉਸੇ ਨੂੰ ਕਹਿੰਦੇ ਆ ਨਾ, ਵੀ ਜਿਹੜੀ ਚੀਜ਼ ਲੁਕੀ ਹੋਵੇ ਉਹਨੂੰ ਸਾਹਮਣੇ ਜਿਹੜਾ ਲਿਆ ਦੇਵੇ, ਉਹਨੂੰ ਆਪਾਂ ਸਾਇੰਸ ਜਾਂ ਵਿਗਿਆਨ ਕਹਿੰਦੇ ਆ। ਸੋ ਜਿਹੜਾ ਅਪਰੋਕਸ਼ ਗਿਆਨ ਹੈ, ਤੇ ਇਸੇ ਪ੍ਰਕਾਰ ਅਯੰ ਵਿਗਿਆਨ ਰੂਪ ਬਿਨ ਭਰਮ, ਉਹ ਵਿਗਿਆਨ ਰੂਪ ਹੈ ਤੇ ਭਰਮ ਤੋਂ ਰਹਿਤ ਹੈ। ਪ੍ਰਾਣ ਦੇ ਅੰਦਰ ਜੋਤੀ ਹੋਏ, ਤੇ ਪ੍ਰਾਣਾਂ ਦੇ ਹਿਰਦਿਅੰਤਰ, ਪ੍ਰਾਣਾਂ ਦੇ ਵਿੱਚ
ਕਹਿੰਦੇ ਜਿਹੜੀ ਜੋਤ ਹੈ ਪ੍ਰਾਣਾਂ ਨੂੰ ਚਲਾਉਣ ਵਾਲੀ ਜੋਤੀ। ਨਿਰਵਿਕਲਪ ਵਾਕੇ ਅਸੋਈ। ਸੋ ਕਹਿੰਦੇ ਐਸੇ ਜਿਹੜੇ ਵਾਕ ਹੈ ਇਹਨਾਂ ਨੂੰ ਨਿਰਵਿਕਲਪ ਵਾਕ ਕਿਹਾ ਜਾਂਦਾ ਹੈ। ਨਿਰਵਿਕਲਪ ਆਦਿ ਰਖੈ ਮਹਾਵਾਕ ਧਿਆਨ। ਹਾਂ ਕਹਿੰਦੇ ਜਿਹੜੇ ਨਿਰਵਿਕਲਪ ਜਾਂ ਸਬਕਲਪ ਇਤਿਆਦਿਕ ਜਿਹੜੇ ਮਹਾਵਾਕ ਅਤੇ ਹੋਰ ਜਿਹੜੇ ਮਹਾਵਾਕ ਕਹੇ ਹਨ, ਭਗਵੰਤਰ ਜਾਨ ਸਭ। ਇਹਨਾਂ ਨੂੰ ਕਹਿੰਦੇ ਅਵਾਂਤਰ ਵਾਕ ਵੀ ਕਹਿੰਦੇ ਹਨ ਸਾਰਿਆਂ ਨੂੰ। ਐਸੀ ਕਰੀ ਬਖਾਨ। ਹਾਂ ਕਹਿੰਦੇ ਜਾਣ ਲਓ ਇਹ ਅਵਾਂਤਰ ਵਾਕ ਹਨ, ਇਹ ਸਭ ਕੁਝ ਕਹਿ ਦਿੱਤਾ ਹੈ। ਕਰਮ ਕਾਂਡ। ਅੱਗੇ ਕਰਮ ਕਾਂਡ ਦੱਸਦੇ ਹਨ ਵੀ ਕਰਮ ਕਾਂਡ ਕੀ ਹੈ। ਹੋਵੇਰਾ ਕਾਮਿਕ ਕਰਮਨ ਖਿੱਤ ਬਿਨ। ਹਾਂ ਇਸ ਪ੍ਰਕਾਰ ਕਹਿੰਦੇ ਕਰਮ ਕਾਂਡ ਆਪਾਂ ਕਹਿੰਦੇ ਆ ਵੀ ਜਿਹੜਾ ਬੰਦਾ ਕੋਈ ਬਹੁਤ ਕੋਈ ਪੂਜਾ ਅਰਚਨਾ ਵਗੈਰਾ ਕਰਦਾ ਹੋਵੇ ਆਪਣੇ ਢੰਗ ਦੇ ਨਾਲ ਆਪਣੇ ਤਰੀਕੇ ਨਾਲ, ਉਹਨੂੰ ਆਪਾਂ ਕਹਿੰਦੇ ਇਹ ਬੰਦਾ ਬੜਾ ਕਰਮਕਾਂਡੀ ਹੈ। ਅਤੇ ਵਿਧਾਨ ਦੀ ਭਾਸ਼ਾ ਵਿੱਚ ਕਰਮਕਾਂਡ ਆਖਿਆ ਕਿਹਨੂੰ ਗਿਆ, ਅਸਲ ਕਰਮਕਾਂਡ ਹੈ ਕੀ ਹੈ ਉਹ ਦੱਸਦੇ ਨੇ ਇੱਥੇ ਨਿਰਣਾ ਕਰਕੇ ਕਿ ਕਰਮਕਾਂਡ। ਪੜ੍ਹਿਓ ਜੀ ਦੁਬਾਰਾ ਪੰਕਤੀ। ਕਾਮਿਕ ਕਰਮਨ ਖਿੱਤ ਬਿਨ। ਹਾਂ ਕਹਿੰਦੇ ਜਿਹੜੇ ਇਹ ਕਰਮ ਹੈ, ਪਹਿਲਾਂ ਤਾਂ ਕਰਮ ਦੱਸਦੇ ਆ ਵੀ ਕਿਹੜੇ ਕਿਹੜੇ ਹੁੰਦੇ ਆ। ਇੱਕ ਤਾਂ ਹੁੰਦੇ ਹੈਗੇ ਕਾਮਿਕ ਕਰਮ। ਕਾਮਿਕ ਕਰਮ ਉਹਨਾਂ ਨੂੰ ਕਹਿੰਦੇ ਆ ਜਿਹੜੇ ਕੋਈ ਕਾਮਨਾ ਰੱਖ ਕੇ ਕਰਮ ਕੀਤੇ ਜਾਣ। ਜਿਵੇਂ ਆਪਾਂ ਕੋਈ ਕਾਮਨਾ ਰੱਖ ਕੇ ਅਰਦਾਸ ਕਰਾਉਂਦੇ ਆ ਵੀ ਸਾਡਾ ਆਹ ਕੰਮ ਹੋ ਜਾਏ, ਆਹ ਕਾਰਜ ਹੋ ਜਾਏ, ਅਸੀਂ ਸਹਿਜ ਪਾਠ ਕਰਾ ਦਿਆਂਗੇ, ਅਸੀਂ ਅਖੰਡ ਪਾਠ ਸਾਹਿਬ ਕਰਵਾ ਦਿਆਂਗੇ। ਉਹ ਕਾਮਿਕ ਕਰਮ ਹੈ, ਕਾਮਨਾ ਸਹਿਤ ਕੀਤੇ ਹੋਏ ਕਰਮ ਹੈ, ਉਹਨਾਂ ਨੂੰ ਕਾਮਿਕ ਕਰਮ ਕਹਿੰਦੇ ਆ। ਅਤੇ ਨਖਿੱਧ ਇੱਕ ਹੁੰਦੇ ਆ ਮਾੜੇ ਕਰਮ, ਉਹਨਾਂ ਨੂੰ ਨਖਿੱਧ ਕਰਮ ਕਿਹਾ ਜਾਂਦਾ। ਅਤੇ ਇਹਨਾਂ ਤੋਂ ਬਿਨਾਂ ਹੋਰ ਇਹਨਾਂ ਤੋਂ ਬਿਨਾਂ ਕਹਿੰਦੇ ਦੋ ਹੋਰ ਹੈ ਜਿਹਨੂੰ ਨਿੱਤ ਕਰਮ ਕਿਹਾ ਜਾਂਦਾ ਅਤੇ ਨਿਮਿੱਤ ਕਰਮ। ਇਹ ਨਿੱਤ ਅਤੇ ਨਿਮਿੱਤ ਕੀ ਆ ਇਹ ਅੱਗੇ ਦੱਸਣਗੇ। ਅਤੇ ਇਹਨਾਂ ਦੋਵਾਂ ਤੋਂ ਇਲਾਵਾ ਇੱਕ ਤੀਜਾ ਜਿਹੜਾ ਕਰਮ ਹੈ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਆ। ਇਹਨੂੰ ਤੀਜਾ ਗਿਣ ਲਓ, ਤੀਜਾ ਜਾਣ ਲਓ। ਜਦੋਂ ਕੋਈ ਪਾਪ ਕਰਮ ਹੋ ਜਾਵੇ ਉਹਨੂੰ ਬਖਸ਼ਾਉਣ ਦੇ ਲਈ ਜੋ ਕਰਮ ਕੀਤੇ ਜਾਣ ਉਹਨੂੰ ਪ੍ਰਾਸ਼ਚਿਤ ਕਰਮ ਕਿਹਾ ਜਾਂਦਾ। ਇਹਨੂੰ ਤੀਜਾ ਜਾਣੋ। ਕਹਿੰਦੇ ਇਹਨਾਂ ਪੰਜਾਂ ਨੂੰ ਜਿਹੜੇ ਪੰਜੇ ਗਿਣਤੇ ਆ, ਕਾਮਿਕ ਕਰਮ, ਨਿਖਿੱਧ ਕਰਮ, ਇਸੇ ਪ੍ਰਕਾਰ ਨਿੱਤ ਕਰਮ, ਨਿਮਿੱਤ ਕਰਮ ਅਤੇ ਪ੍ਰਾਸ਼ਚਿਤ ਕਰਮ, ਇਹਨਾਂ ਪੰਜਾਂ ਨੂੰ ਕਰਮ ਕਾਂਡ ਜਾਣ ਲਓ। ਸੋ ਅੱਗੇ ਕਹਿੰਦੇ ਜਿਹੜੇ ਨਿੱਤ ਕਰਮ ਦੱਸਦੇ ਆ ਵੀ ਨਿੱਤ ਕਰਮ ਕੀ ਹੈ। ਸੰਧਿਆ ਬੰਦਨਾਦਿਕ, ਸੰਧਿਆ ਸਮੇਂ ਕੀਤੇ ਜਾਣ ਵਾਲੇ ਕਰਮ। ਤਿੰਨ ਪ੍ਰਕਾਰ ਦੀਆਂ ਸੰਧਿਆ ਹੁੰਦੀਆਂ। ਇੱਕ ਤਾਂ ਅੰਮ੍ਰਿਤ ਵੇਲੇ, ਦਿਨ ਦਾ ਚੜ੍ਹਾਅ ਹੁੰਦਾ, ਰਾਤ ਖਤਮ ਹੋ ਰਹੀ ਹੁੰਦੀ ਹੈ, ਦੋ ਦੇ ਵਿਚਕਾਰ ਨੂੰ ਸੰਧ ਕਹਿੰਦੇ ਆ, ਸੰਧਿਆ। ਦਿਨ ਦਾ ਚੜ੍ਹਾਅ ਹੁੰਦਾ, ਰਾਤ ਖਤਮ ਹੋ ਰਹੀ ਹੁੰਦੀ ਹੈ, ਅੰਮ੍ਰਿਤ ਵੇਲਾ ਵੀ ਸੰਧਿਆ ਹੈ। ਆਪਾਂ ਨੂੰ ਤਾਂ ਇਹੀ ਲੱਗਦਾ ਨਾ ਵੀ ਸ਼ਾਮ ਦਾ ਸਮਾਂ ਸੰਧਿਆ ਹੁੰਦਾ। ਤਿੰਨ ਸੰਧਿਆ ਆਉਂਦੀਆਂ। ਫਿਰ ਦੁਪਹਿਰ ਦਾ ਸਮਾਂ ਵੀ ਸੰਧਿਆ, ਕਿਉਂਕਿ ਉਸ ਵੇਲੇ ਸਵੇਰ ਖਤਮ ਹੋ ਰਹੀ ਹੁੰਦੀ ਹੈ, ਸ਼ਾਮ ਸ਼ੁਰੂ ਹੋ ਜਾਂਦੀ ਹੈ, ਵਿਚਕਾਰਲਾ ਦੁਪਹਿਰ ਹੁੰਦਾ, ਉਹਨੂੰ ਵੀ ਸੰਧਿਆ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਰਾਤ ਖਤਮ ਹੁੰਦੀ ਹੈ, ਰਾਤ ਸ਼ੁਰੂ ਹੁੰਦੀ ਹੈ, ਦਿਨ ਖਤਮ ਹੋਣ ਲੱਗਦਾ, ਉਦੋਂ ਸੰਧਿਆ ਆਪਾਂ ਕਹਿੰਦੇ ਸੰਧਿਆ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ, ਸੰਧਿਆ ਦੇ ਦੀਵਾਨ ਸਜੇ ਹੈ। ਅਤੇ ਇਸੇ ਪ੍ਰਕਾਰ ਜਦੋਂ ਦਿਨ ਖਤਮ ਹੁੰਦਾ ਹੈ ਅਤੇ ਰਾਤ ਸ਼ੁਰੂਆਤ ਹੋ ਜਾਂਦੀ ਹੈ, ਜਦੋਂ ਆਪਾਂ ਕੀਰਤਨ ਸੋਹਲੇ ਦਾ ਪਾਠ ਪੜ੍ਹਦੇ ਹਾਂ ਉਹਨੂੰ ਵੀ ਸੰਧਿਆ ਕਿਹਾ ਜਾਂਦਾ ਹੈ। ਸੋ ਜਿਵੇਂ ਸਨਾਤਨ ਮੱਤ ਵਾਲੇ ਤਿੰਨ ਸੰਧਿਆ ਕਰਦੇ ਹੈ ਅਤੇ ਅਸੀਂ ਗੁਰੂ ਕੇ ਸਿੱਖ ਜਿਹੜੇ ਆਪਾਂ ਵੀ ਨਿੱਤ ਕਰਮ ਕਰਦੇ ਹਾਂ। ਸੰਧਿਆ ਦੇ ਸਮੇਂ ਜਿਹੜੇ ਕਰਮ ਕੀਤੇ ਜਾਣ ਨਿੱਤਾ ਪ੍ਰਤੀ ਕੀਤੇ ਜਾਣ। ਇਹ ਨਹੀਂ ਵੀ ਅੱਜ ਨਿਤਨੇਮ ਕਰ ਲਿਆ ਕੱਲ੍ਹ ਨੂੰ ਨਹੀਂ ਕੀਤਾ। ਅਤੇ ਜੇ ਕੋਈ ਪੁੱਛੇ ਵੀ ਨਿਤਨੇਮ ਕਰਦਾ ਹੁੰਦਾ, ਕਹਿੰਦੇ ਜੀ ਹਾਂ ਕਦੇ ਕਦੇ ਕਰਦਾ ਹੁੰਦਾ। ਵੀ ਜਿਹੜਾ ਕਦੇ ਕਦੇ ਵਾਲਾ ਉਹ ਨਿਤਨੇਮ ਥੋੜ੍ਹੀ ਹੋਇਆ। ਨਿਤਨੇਮ ਤਾਂ ਉਹ ਹੈ ਜੋ ਨਿੱਤਾ ਪ੍ਰਤੀ ਕੀਤਾ ਜਾਵੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰ ਨਾਮ ਧਿਆਵੈ। ਨਿੱਤਾ ਪ੍ਰਤੀ ਦੇ ਕਰਮ ਸਤਿਗੁਰ ਨੇ ਇਸ ਸ਼ਬਦ ਦੇ ਵਿੱਚ ਦੱਸੇ ਆ। ਸੋ ਜਿਹੜੇ ਨਿੱਤਾ ਪ੍ਰਤੀ ਕਰਨੇ ਵਾਲੇ ਕਰਮ ਹੈ ਉਹਨਾਂ ਨੂੰ ਨਿੱਤ ਕਰਮ ਕਿਹਾ ਜਾਂਦਾ ਹੈ। ਜਿਵੇਂ ਸਨਾਤਨ ਮੱਤ ਵਾਲੇ ਉਹ ਉੱਠਦੇ ਆ, 16 ਪ੍ਰਕਾਰ ਦੀ ਪੂਜਾ ਕਰਦੇ ਆ, ਭਗਵਾਨ ਦਾ ਇਸ਼ਨਾਨ ਕਰਾਉਂਦੇ ਆ, ਤਿਲਕ ਲਾਉਂਦੇ ਆ। ਸੋ ਆਪੋ ਆਪਣੇ ਤਰੀਕੇ ਦੇ ਨਾਲ ਕੋਈ ਆਰਤੀ ਕਰਦੇ, ਉਹ ਨਿੱਤ ਪ੍ਰਤੀ ਵਾਲੇ ਕਰਮਾਂ ਨੂੰ ਨਿੱਤ ਕਰਮ ਕਿਹਾ ਜਾਂਦਾ ਹੈ। ਸੋ ਜਿਵੇਂ ਘਰ ਦੇ ਵਿੱਚ ਪੁੱਤਰ ਦਾ ਜਨਮ ਹੋ ਗਿਆ, ਉਹਦੇ ਨਿਮਿੱਤ ਆਪਾਂ ਖੁਸ਼ੀ ਦਾ ਕੋਈ
ਪ੍ਰੋਗਰਾਮ ਰੱਖ ਲਿਆ, ਅਖੰਡ ਪਾਠ, ਸਹਿਜ ਪਾਠ, ਸੁਖਮਨੀ ਸਾਹਿਬ ਦਾ ਪਾਠ, ਗੁਰਮਤਿ ਦਾ ਸਮਾਗਮ। ਇਸੇ ਪ੍ਰਕਾਰ ਉਹ ਪੁੱਤਰ ਵੱਡਾ ਹੋਇਆ, ਉਹਦੇ ਵਿਆਹ ਆਦਿਕ ਦੇ ਸਮੇਂ ਉਹਦੇ ਨਿਮਿੱਤ ਜਿਹੜਾ ਕਰਮ ਕੀਤਾ ਜਾਂਦਾ, ਐਸੇ ਕਰਮਾਂ ਨੂੰ ਨਿਮਿੱਤ ਕਰਮ ਕਹਿੰਦੇ ਹਨ। ਇਸ ਤਰ੍ਹਾਂ ਕਹਿੰਦੇ ਪ੍ਰਾਸ਼ਚਿਤ ਕਰਮ ਕੀ ਹੈ? ਪਾਪ ਹੋ ਜਾਣ ਤੋਂ ਬਾਅਦ ਉਹਨਾਂ ਦੇ ਪਛਤਾਵੇ ਵਜੋਂ ਪਾਪ ਬਖਸ਼ਾਉਣ ਦੇ ਲਈ ਜਿਹੜੇ ਕਰਮ ਕੀਤੇ ਜਾਂਦੇ ਆ ਉਹਨਾਂ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਆ। ਉਦਾਹਰਨ ਦਿੱਤੀ ਹੈ ਕ੍ਰਿਸ਼, ਚੰਦਰਾਇਣ ਆਦਿਕ। ਜਿਵੇਂ ਕਹਿੰਦੇ ਚੰਦਰਾਇਣ ਦੇ ਵਰਤ ਆਦਿਕ ਸਨਾਤਨ ਮੱਤ ਵਾਲੇ ਰੱਖਦੇ ਆ। ਮੈਨੂੰ ਸਮਾਪਤੀ ਦਾ ਸਮਾਂ ਦੱਸ ਦਿਓ ਜੀ, ਅੱਜ ਕੀ ਹੈ? ਕਿਉਂਕਿ 15 ਕੁ ਮਿੰਟ ਲੇਟ ਅੱਜ ਸ਼ੁਰੂਆਤ ਹੋਈ ਸੀ। ਠੀਕ ਹੈ ਜੀ। ਸੋ ਜਿਹੜੇ ਜਦੋਂ ਚੰਦਰਮਾ ਕ੍ਰਿਸ਼ ਹੋਵੇ ਉਸ ਵੇਲੇ ਵਰਤ ਕ੍ਰਿਸ਼ ਨਾਮ ਹੈ ਕਮਜ਼ੋਰ ਦਾ। ਚੰਦਰਮਾ ਕਮਜ਼ੋਰ ਕਦੋਂ ਹੁੰਦਾ? ਮੱਸਿਆ ਵਾਲੇ ਦਿਨ। ਅਤੇ ਸਟਰੋਂਗ ਕਿੱਦਣ ਹੁੰਦਾ? ਪੂਰਨਮਾਸ਼ੀ ਵਾਲੇ ਦਿਨ। 15 ਥਿੱਤਾਂ ਹੁੰਦੀਆਂ ਨਾ, ਏਕਮ ਤੋਂ ਲੈ ਕੇ ਦੂਜ, ਤੀਜ, ਚੌਥ, ਇੱਦਾਂ 15 ਥਿੱਤਾਂ ਆਪਾਂ ਗਿਣਦੇ ਹਾਂ। ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਚੰਦਰਾਇਣਾ ਵਰਤ ਹੈ, ਗੁਰਬਾਣੀ ਵਿੱਚ ਵੀ ਇਹਦਾ ਉਲੇਖ ਆਇਆ, ਵਰਤ ਕਰਹਿ ਚੰਦਰਾਇਣਾ ਸੇ ਕਿਤੈ ਨਾ ਲੇਖੰ। ਉਹ ਕਿਸੇ ਲੇਖੇ ਵਿੱਚ ਨਹੀਂ ਚੰਦਰਮਾ ਨੂੰ ਦੇਖ ਦੇਖ ਕੇ ਰੱਖਣ ਵਾਲੇ ਜਿਹੜੇ ਵਰਤ ਹੈ, ਇਹ ਗੁਰਮਤਿ ਦਾ ਸਿਧਾਂਤ ਹੈ। ਪਰ ਸਨਾਤਨ ਮੱਤ ਦੇ ਵਿੱਚ ਕ੍ਰਿਸ਼ ਚੰਦਰਾਇਣਾ ਵਰਤ ਕਿਹਨੂੰ ਕਹਿੰਦੇ ਹੈ? ਜਿਸ ਦਿਨ ਚੰਦਰਮਾ ਕ੍ਰਿਸ਼ ਹੋਵੇ, ਅਮਾਵਸ ਦਾ ਦਿਨ, ਮੱਸਿਆ ਦਾ ਦਿਨ ਹੋਵੇ, ਉਸ ਦਿਨ ਤੋਂ ਵਰਤ ਸ਼ੁਰੂ ਕੀਤਾ। ਉਹ ਵਰਤ ਕੀ ਹੁੰਦਾ ਹੈ ਵੀ ਜਿਵੇਂ ਮੋਰ ਦਾ ਅੰਡਾ ਹੁੰਦਾ, ਆਮ ਅੰਡਿਆਂ ਨਾਲੋਂ ਵੱਡਾ ਹੁੰਦਾ ਹੈ। ਮੋਰ ਦੇ ਅੰਡੇ ਦੀ ਸ਼ੇਪ ਦੀ ਉਨੀ ਕੁ ਬੁਰਕੀ, ਉਨੀ ਕੁ ਗਰਾਹੀ ਏਕਮ ਤੋਂ ਸ਼ੁਰੂ ਕਰ ਲੈਣੀ ਹੈ, ਏਕਮ ਥਿੱਤ ਤੋਂ। ਦੂਜ ਵਾਲੇ ਦਿਨ ਉਸ ਨੂੰ ਹੋਰ ਵਧਾ ਦੇਣਾ ਹੈ। ਤੀਜ ਵਾਲੇ ਦਿਨ ਇੱਕ ਗਰਾਹੀ ਹੋਰ ਵਧਾ ਦੇਣੀ ਹੈ। ਚੌਥ, ਪੰਚਮੀ, ਛਠ, ਇੱਦਾਂ ਵਧਾਉਂਦੇ ਜਾਣਾ। ਪੂਰਨਮਾਸ਼ੀ ਵਾਲੇ ਦਿਨ ਜਾ ਕੇ ਉਹ ਜਿਹੜੀ ਹੈ ਖੁਰਾਕ ਹੈ ਇੱਦਾਂ ਥਿੱਤਾਂ ਦੇ ਹਿਸਾਬ ਦੇ ਨਾਲ ਵਧਾਈ ਜਾਣੀ ਅਤੇ ਘਟਾਈ ਜਾਣੀ। ਕ੍ਰਿਸ਼ ਤੋਂ ਸ਼ੁਰੂ ਕਰਨਾ, ਉਹ ਮੋਰ ਆਂਡੇ ਸਮਾਨ ਜਿਹੜੀ ਹੈ ਉਹ ਬੁਰਕੀ ਓਡੀ ਸ਼ੁਰੂ ਕੀਤੀ। ਦੂਸਰੇ ਦਿਨ ਏਕਮ ਨੂੰ ਘਟਾਤੀ, ਦੂਜ ਨੂੰ ਹੋਰ ਘਟਾਤੀ। ਇੱਦਾਂ ਘਟਾਉਂਦਿਆਂ ਅਤੇ ਫਿਰ ਜਦੋਂ ਆ ਜਾਂਦਾ ਪੂਰਨਮਾਸ਼ੀ ਵਾਲਾ ਦਿਨ, ਫਿਰ ਉੱਥੇ ਪਹੁੰਚ ਜਾਣਾ। ਜਦੋਂ ਬਿਲਕੁਲ ਖਤਮ ਹੋ ਜਾਣਾ, ਫਿਰ ਉਸ ਤੋਂ ਬਾਅਦ ਫਿਰ ਉਹਨੂੰ ਵਧਾਉਂਦੇ ਜਾਣਾ ਅਤੇ ਫਿਰ ਉਸੇ ਦਿਨ 'ਤੇ ਆ ਜਾਣਾ। 1 ਮਹੀਨੇ ਦਾ ਇਹ ਚੰਦਰਾਇਣਾ ਵਰਤ ਹੁੰਦਾ ਸਨਾਤਨ ਮੱਤ ਦੇ ਵਿੱਚ। ਇੱਕ ਥਿੱਤ ਤੋਂ ਸ਼ੁਰੂ ਕਰਕੇ 15ਵੀਂ ਥਿੱਤ ਤੱਕ ਵਧਾਉਂਦੇ ਜਾਣਾ। ਸੋ 15ਵੀਂ ਥਿੱਤ ਤੋਂ ਸ਼ੁਰੂ ਕਰਕੇ ਫਿਰ ਅਗਲੀ ਜਿਹੜੀ ਥਿੱਤ ਆ ਜਾਂਦੀ ਹੈ ਚਾਨਣਾ ਪੱਖ ਅਤੇ ਹਨੇਰਾ ਪੱਖ। ਇਹਨਾਂ ਵਿੱਚ ਉਹ ਜਿਹੜਾ ਭੋਜਨ ਛਕਣਾ ਉਹਨੂੰ ਵਧਾਉਂਦੇ ਘਟਾਉਂਦੇ ਜਾਣਾ ਅਤੇ ਆਰਾਧਨ ਕਰਨਾ 3 ਸਮੇਂ ਇਸ਼ਨਾਨ ਕਰਕੇ। ਸੋ ਇਹਨੂੰ ਚੰਦਰਾਇਣਾ ਵਰਤ ਕਹਿੰਦੇ ਆ। ਇਸ ਪ੍ਰਕਾਰ ਦੇ ਜਿਹੜੇ ਕਹਿੰਦੇ ਕਰਮ ਹਨ ਇਹਨਾਂ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਹਨ। ਕਲਮਲ ਨਾਮ ਹੈ ਪਾਪਾਂ ਦਾ ਅਤੇ ਸ਼ੈ ਨਾਮ ਹੈ ਖਤਮ ਕਰਨ ਦਾ। ਪਾਪਾਂ ਨੂੰ ਖਤਮ ਕਰਨ ਦੇ ਕਹਿੰਦੇ ਇਹ ਸਾਧਨ ਪਹਿਚਾਣੋ। ਹਾਂ, ਜਿਵੇਂ ਅਗਨੀ ਨੂੰ ਪਾ ਕੇ ਉਹਦੇ ਅਗਨੀ ਦੇ ਵਿੱਚ ਸਮੱਗਰੀ ਇਤਿਆਦਿਕ ਪਾ ਕੇ ਜੋ ਜੋਤੀ ਸਟੋਮ ਆਦਿਕ ਜਿਹੜੇ ਯੱਗ ਕੀਤੇ ਜਾਂਦੇ ਆ, ਅਗਨੀ ਹੋਤਰੀ ਯੱਗ ਕੀਤੇ ਜਾਂਦੇ ਹਨ। ਸੋ ਕਹਿੰਦੇ ਐਸੇ ਜਿਹੜੇ ਕਰਮ ਹਨ ਕਾਮਕ ਕਰਮ ਹੈ। ਕਾਮਨਾ ਰੱਖ ਕੇ, ਕੋਈ ਨਾ ਕੋਈ ਕਾਮਨਾ ਰੱਖ ਕੇ ਵੀ ਆਹ ਕਾਰਜ ਦੀ ਸਿੱਧੀ ਹੋ ਜਾਵੇ। ਸੋ ਉਹ ਕਰਮ ਜਿਹੜੇ ਕੀਤੇ ਜਾਂਦੇ ਆ ਐਸੇ ਕਹਿੰਦੇ ਵੇਦ ਦੇ ਵਿੱਚ ਵਿਖਾਣ ਕੀਤੇ ਹੋਏ ਆ ਵੀ ਇਹ ਕਾਮਕ ਕਰਮ ਹਨ। ਸੋ ਕਿਸੇ ਪ੍ਰਕਾਰ ਦਾ ਹਨਨ ਹੋ ਜਾਵੇ, ਕਤਲ ਹੋ ਜਾਵੇ ਕਿਸੇ ਬ੍ਰਾਹਮਣ ਦਾ ਜਾਂ ਬ੍ਰਹਮ ਗਿਆਨੀ ਦਾ, ਕਿਸੇ ਵੇਦੋਸ਼ੇ ਨੂੰ ਮਾਰ ਦੇਣਾ, ਇਹ ਬਹੁਤ ਵੱਡਾ ਪਾਪ ਹੈ। ਔਰ ਗੁਰਬਾਣੀ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਇਸ਼ਾਰਾ ਦਿੱਤਾ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਇਹ 4 ਚੀਜ਼ਾਂ ਦੱਸੀਆਂ। ਬ੍ਰਾਹਮਣ ਨੂੰ ਜਾਂ ਬ੍ਰਹਮ ਗਿਆਨੀ ਨੂੰ ਮਾਰ ਦੇਣਾ, ਇਸੇ ਤਰ੍ਹਾਂ ਪੁੱਤਰੀ ਦਾ ਕਤਲ ਕਰਨਾ, ਧੀ ਦਾ ਕਤਲ ਕਰ ਦੇਣਾ, ਅਤੇ ਇਸੇ ਪ੍ਰਕਾਰ ਹੀ ਅਣਚਾਰੀ ਕਾ ਧਾਨ, ਜਿਹਦਾ ਕੋਈ ਕਿਰਿਆ ਸ਼ੁੱਧ ਨਹੀਂ ਹੈ, ਸੋ ਰੱਬ ਨੂੰ ਨਹੀਂ ਮੰਨਦਾ, ਉਹਦਾ ਖਾਣਾ ਖਾ ਲੈਣਾ, ਉਹਦੇ ਘਰ ਤੋਂ ਜਾ ਕੇ ਅਣਚਾਰੀ ਕਾ ਧਾਨ। ਸੋ ਇਸ ਪ੍ਰਕਾਰ ਦੇ ਜਿਹੜੇ ਕਹਿੰਦੇ ਜਦੋਂ ਕੋਈ ਅਵੱਗਿਆ ਹੋ ਜਾਂਦੀ ਹੈ, ਸੋ ਐਸੇ ਜਿਹੜੇ ਕਰਮ ਹਨ, ਸੋ ਐਸੇ ਜਿਹੜੇ ਕਰਮ ਹੈ ਇਹਨਾਂ ਨੂੰ ਨਿਖਿੱਧ ਕਰਮ ਕਿਹਾ ਜਾਂਦਾ ਹੈ। ਅਤੇ ਉਪਰੋਕਤ ਸਾਰਿਆਂ ਨੂੰ ਮਿਲਾ ਕੇ ਇਹ ਕਹਿੰਦੇ 5 ਪ੍ਰਕਾਰ ਦੇ ਕਰਮ ਹੋ ਗਏ। ਇਹ 5 ਪ੍ਰਕਾਰ ਦੇ ਕਰਮ ਜਿਹੜੇ ਵੇਦਾਂ ਦੇ ਵਿੱਚ ਜਾਂ ਵੇਦਾਂਤੀਆਂ ਨੇ, ਸਨਾਤਨ ਮਤੀਆਂ ਨੇ ਕਹੇ ਹਨ,
ਇੱਥੇ ਹੀ ਆਪਾਂ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਬਾਕੀ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰ ਲਵਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੇ ਜੋ ਉਪਾਸਨਾ ਆਏਗੀ, ਉਪਾਸਨਾ ਕਿਸ ਪ੍ਰਕਾਰ ਦੀ ਹੁੰਦੀ ਹੈ, ਗਿਆਨ ਕਾਂਡ ਆਵੇਗਾ, ਵੇਦਾਂਤ ਵਿਚਾਰਾਂ ਆਉਣਗੀਆਂ। ਸੋ ਇਹ ਆਪਾਂ ਗੁਰੂ ਕਿਰਪਾ ਦੁਆਰਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਵਿਸਥਾਰ ਸਹਿਤ ਵਿਚਾਰਾਂਗੇ। ਆਓ ਹੁਣ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਗੁਰਫਤਿਹ ਦੀ ਸਾਂਝ ਕਰੀਏ, ਉਪਰੰਤ ਅਰਦਾਸ ਵਿੱਚ ਸ਼ਾਮਲ ਹੋਈਏ ਜੀ। ਜੋ ਸਿਟੋ ਮਾਦਕ ਜੀ ਕਾਮ ਐਸੀ ਨੀਲ ਬਖਾਨ। ਹਨਨ ਬ੍ਰਹਮਾਦਿਕ ਇਨ ਖਿਦ ਹੈ, ਕਰਮ ਪੰਚ ਏ ਜਾਨ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।